श्री राग महला पहला। मरने की चिंता नहीं, जीवन की नहीं आस। तू सर्ब जियां प्रतिपालही, लेख है सास गिरास। मरने की चिंता नहीं, जीवन की नहीं आस। आम करके मनुख ਦੀ ਜ਼ਿੰਦਗੀ ਦੇ ਅੰਦਰ ਮੌਤ ਦਾ ਡਰ ਬਣਿਆ ਰਹਿੰਦਾ ਹੈ। और कुछ लोग ऐसे ने जो बहुत लंबा समा जिंदगी जीना चाहते ने। मरना कोई नहीं चाहता, हमेशा सदैवी जिंदगी इंसान जीना चाहता है। लेकिन गुरुदेव पातशाह जी सानू समझा रहे हैं कि ऐसा कदे हो नहीं सकता, क्योंकि मौत तो हर एक दी आवेगी ही आवेगी। जे इकल्ली मौत होवे तां ये संसार चल नहीं सकता, क्योंकि जे एक एक करके मरदा जाए हर इंसान या जीव जंत और नवा कोई पैदा ना होए तो यह संसार खत्म हो जाएगा। और जे संसार दे अंदर कल्ला जीवन होवे, जन्म होवे, मौत ना होवे, तां भी ये संसार नहीं चल सकता, क्योंकि इत्थे कुरबल कुरबल हो जाएगी। खिलाउण बहन लई तां दूर दी गल, साह लैण लई भी जगह नहीं बचेगी। इसलिए जीवन और मौत दोवें ही जरूरी ने। जो रब्बी रजा भाने नूं समझदा है ਉਹਨੂੰ ਇਹ ਸਮਝ ਆ ਜਾਂਦੀ ਹੈ ਤੇ ਉਹ ਇਹ ਬਚਨ ਬੋਲਦਾ ਹੈ ਕਿ ਮਰਨੇ की चिंता नहीं, जीवन की नहीं आस। जो मनुख गुरु ਦੇ ਸਨਮੁਖ ਰਹਿੰਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ ਔਰ ਉਹਨੂੰ ਹੋਰ ਲੰਮੀ ਉਮਰ ਦੀਆਂ ਆਸਾਵਾਂ ਨਹੀਂ ਰਹਿੰਦੀਆਂ। ਤੂੰ ਸਰਬ ਜੀਆਂ ਪ੍ਰਤਪਾਲਹੀ, ਲੇਖ ਹੈ ਸਾਸ ਗਿਰਾਸ। ਉਸ ਨੂੰ ਯਕੀਨ ਹੁੰਦਾ ਹੈ कि हे प्रभु, तू सब जीवां दी पालना करदा है और जीवां दा हरेक साह और हरेक ग्राही हिसाब विच है, लेखे विच है। लेखे दा मतलब सीमित समय वास्ते है। कुछ समा पहला असी नहीं सां, हुण असी हां, और कुछ समय बाद असी फिर नहीं हो जावांगे। खाना पीना जीना ये सब लेखे दे अंदर है, कुछ समय ਲਈ है, सीमित समय वास्ते है, असीम नहीं है। अंतर गुरमुख तू वसै, ज्यों भावै त्यों निर्जास। निर्जास का मतलब वेखदा है, संभाल करदा है। जो गुरु दे सन्मुख रहंदे ने, गुरु दे सन्मुख रहन वाले मनुख दे अंदर तू प्रगट हो जांदा है और ਉਹਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਜਿਵੇਂ ਤੇਰੀ ਰਜ਼ਾ ਹੈ ਤਿਵੇਂ ਹੀ ਤੂੰ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਜਿਵੇਂ ਤੇਰੀ ਰਜ਼ਾ ਹੈ ਸਭ ਜੀਵਾਂ ਦੀ ਤੂੰ ਸੰਭਾਲ ਕਰਦਾ ਹੈ। ਇਹ ਉਸ ਨੂੰ ਯਕੀਨ ਹੁੰਦਾ ਹੈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਵਾਲੇ ਨੂੰ। ਜੋ ਗੁਰੂ ਦਰਸਾਏ ਮਾਰਗ ਅਨੁਸਾਰ ਚੱਲਦਾ ਹੈ ਉਹਦੇ ਅੰਦਰ ਪ੍ਰਭੂ ਪ੍ਰਗਟ ਹੁੰਦਾ ਹੈ, ਯਾਨੀ ਉਹਦੇ ਅੰਦਰ ਰੱਬੀ ਗੁਣ ਹੁੰਦੇ ਨੇ ਔਰ ਉਹ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣ ਨੂੰ ਪਹਿਲ ਦਿੰਦਾ ਹੈ। जीयरे राम जपत मन मान। मान का मतलब मनाओ, गिझाओ, आदत पाओ। हे मेरी ये जिंदे ऐसा उद्यम कर कि राम का मतलब रमया होया, जपत का मतलब हुंदा है जानना, सांझ पानी, कि प्रभु दे गुणा दे नाल अपने मन की सांझ पा। हे मेरी ये जिंदे ਸਰਬ ਵਿਆਪਕ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਆਪਣੇ ਮਨ ਨੂੰ ਗਿਝਾ। ਐਸਾ ਉਦਮ ਕਰ ਕਿ ਮਨ ਜਿਹੜਾ ਹੈ ਰੱਬੀ ਯਾਦ, ਰੱਬੀ ਗੁਣਾਂ ਦੇ ਅੰਦਰ ਜੁੜ ਜਾਏ। ਇਹਦੇ ਨਾਲ ਕੀ ਹੋਏਗਾ? ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖ ਗਿਆਨ। ਇੱਥੇ ਜਲ ਦਾ ਮਤਲਬ ਹੈਗਾ ਸੜਨ, ਬੁਝੀ ਦਾ ਮਤਲਬ ਬੁਝ ਗਈ, ਗਿਆਨ ਦਾ ਮਤਲਬ ਜਾਣ ਪਛਾਣ, ਸਾਂਝ। ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੀ ਸਿਫਤ ਸਲਾਹ ਰਾਹੀਂ ਜਿਸ ਮਨੁੱਖ ਨੇ ਰੱਬੀ ਗੁਣਾਂ ਦੇ ਨਾਲ ਡੂੰਗੀ ਸਾਂਝ ਪਾ ਲਈ, ਉਹਦੇ ਅੰਦਰ ਦੀ ਤ੍ਰਿਸ਼ਨਾ ਦੀ, ਉਹਦੇ ਅੰਦਰਲੀ ਜੋ ਤ੍ਰਿਸ਼ਨਾ ਦੀ ਵਿਕਾਰਾਂ ਦੀ ਜਲਨ ਹੈ ਉਹ ਬੁਝ ਜਾਂਦੀ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਰੱਬੀ ਸਿਫਤ ਸਲਾਹ ਰਾਹੀਂ ਜਿਸ ਨੇ ਰੱਬੀ ਗੁਣਾਂ ਨਾਲ ਸਾਂਝ ਬਣਾ ਲਈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰ ਲਿਆ, ਉਹਦੀ ਅੰਦਰਲੀ ਜਲਨ ਬੁੱਝ ਜਾਂਦੀ ਹੈ। ਕਿਉਂਕਿ ਜਿੱਥੇ ਪਿਆਰ ਮੁਹੱਬਤ ਹੋਏਗਾ ਉੱਥੇ ਈਰਖਾ ਨਹੀਂ ਹੋਏਗੀ, ਜਿੱਥੇ ਨਿਮਰਤਾ ਹੈ ਉੱਥੇ ਅਹੰਕਾਰ ਨਹੀਂ ਹੋਏਗਾ।
ਜਿੱਥੇ ਸਭ ਦੇ ਅੰਦਰ ਪ੍ਰਭੂ ਦੀ ਜੋਤ ਨੂੰ ਵੇਖਣ ਦੀ ਭਾਵਨਾ ਹੈ, ਉਥੇ ਮੇਰ ਤੇਰ ਦੇ ਵਿਤਕਰੇ ਨਹੀਂ ਹੋਣਗੇ। ਤਾਂ ਜਦੋਂ ਕੋਈ ਗੁਰੂ ਦਰਸਾਏ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਲੈਂਦਾ ਹੈ, ਤਾਂ ਉਹਦੇ ਅੰਦਰੋਂ ਵਿਕਾਰਾਂ ਦੀ, ਦੁੱਖਾਂ ਦੀ ਜਲਨ ਸੜਨ ਬੁਝ ਜਾਂਦੀ ਹੈ। ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ। ਸੰਕ ਦਾ ਮਤਲਬ ਸ਼ੱਕ, ਗਤ ਦਾ ਮਤਲਬ ਹਾਲਾਤ, ਗੁਰ ਮਿਲੀਏ ਦਾ ਮਤਲਬ ਗੁਰੂ ਨੂੰ ਮਿਲਣਾ ਚਾਹੀਦਾ। ਸੰਕ ਉਤਾਰ ਦਾ ਮਤਲਬ ਸ਼ੰਕਾ ਉਤਾਰ ਕੇ, ਭਰਮ ਲਾ ਕੇ, ਪੂਰੇ ਵਿਸ਼ਵਾਸ ਦੇ ਨਾਲ। ਤਾਂ ਪੂਰੇ ਵਿਸ਼ਵਾਸ ਨਾਲ ਮਨ ਦੇ ਸ਼ੱਕ ਸ਼ੰਕਾਵਾਂ ਉਤਾਰ ਕੇ ਗੁਰੂ ਦੀ ਸ਼ਰਣੀ ਪੈਣਾ ਚਾਹੀਦਾ, ਗੁਰੂ ਦੱਸੇ ਰਾਹਾਂ ਤੇ ਚੱਲਣਾ ਚਾਹੀਦਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਕੀ ਲਾਭ ਹੋਏਗਾ? ਅੰਤਰ ਕੀ ਗਤ ਜਾਣੀਏ, ਇਸ ਤਰ੍ਹਾਂ ਬੰਦਾ ਆਪਣੇ ਅੰਦਰ ਦੀ ਹਾਲਾਤ ਨੂੰ ਜਾਣ ਲੈਂਦਾ ਹੈ, ਆਪਣੇ ਅੰਦਰ ਨੂੰ ਸਮਝ ਲੈਂਦਾ ਹੈ। ਆਪਣੇ ਅੰਦਰ ਦੀ ਹਾਲਾਤ ਕੀ ਹੈ ਜਾਂ ਆਪਣੇ ਅੰਦਰ ਦੀ ਸੱਚਾਈ ਕੀ ਹੈ? ਸਾਡੇ ਅੰਦਰ ਦੀ ਸੱਚਾਈ ਇਹ ਹੈ ਕਿ ਅਸੀਂ ਸਾਰੇ ਉਸ ਪ੍ਰਭੂ ਦਾ ਰੂਪ ਹਾਂ, ਮਨ ਤੋਂ ਜੋਤ ਸਰੂਪ ਹੈ। ਸੱਚਾਈ ਇਹ ਹੈ, ਅੰਦਰ ਦੀ ਸੱਚਾਈ ਇਹ ਹੈ ਕਿ ਹਰ ਇਨਸਾਨ ਦੇ ਅੰਦਰ ਰੱਬੀ ਗੁਣ ਮੌਜੂਦ ਨੇ। ਅੰਦਰ ਦੀ ਸੱਚਾਈ ਇਹ ਹੈ ਕਿ ਮਨੁੱਖ ਇਹਨਾਂ ਸਾਰੇ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਅੰਦਰ ਦੀ ਅਸਲੀਅਤ ਇਹ ਹੈ ਕਿ ਇਹ ਇਨਸਾਨ ਪ੍ਰਭੂ ਦੇ ਅੰਦਰ ਮਿਲ ਕੇ ਪ੍ਰਭੂ ਵਰਗਾ ਹੋ ਸਕਦਾ ਹੈ। ਇਹ ਸੰਭਾਵਨਾ ਸਾਰਿਆਂ ਦੇ ਅੰਦਰ ਮੌਜੂਦ ਹੈ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਗੁਰੂ ਦੇ ਦੱਸੇ ਰਾਹ ਤੇ ਚੱਲਣਾ ਚਾਹੀਦਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਅੰਦਰ ਦੀ ਹਾਲਾਤ ਨੂੰ ਬੰਦਾ ਸਮਝਦਾ ਹੈ ਔਰ ਅੰਦਰ ਵਸਤੇ ਪ੍ਰਭੂ ਦੇ ਨਾਲ ਇਹਦਾ ਸੰਬੰਧ ਬਣਦਾ ਹੈ। ਮੁਇਆ ਜਿਤ ਘਰ ਜਾਈਐ ਤਿਤ ਜੀਵਨ ਦਿਆਂ ਮਰ ਮਾਰ। ਜਿਤ ਘਰ ਦਾ ਮਤਲਬ ਜਿਸ ਘਰ ਵਿੱਚ, ਜਿਸ ਪ੍ਰਭੂ ਦੇ ਅੰਦਰ। ਜਾਈਏ ਦਾ ਮਤਲਬ ਜਾਈਦਾ ਹੈ, ਸਮਾਈਦਾ ਹੈ। ਮੁਇਆ ਦਾ ਮਤਲਬ ਮਰ ਕੇ ਆਖਰ ਨੂੰ, ਮੁਇਆ ਦਾ ਮਤਲਬ ਕਿ ਮਰਨ ਦੇ ਨਾਲ, ਮਰ ਦਾ ਮਤਲਬ ਮੌਤ ਦਾ ਡਰ, ਮਾਰ ਦਾ ਮਤਲਬ ਮਾਰ ਲਈਦਾ ਹੈ। ਤਾਂ ਇੱਥੇ ਦੋ ਅਰਥ ਕੀਤੇ ਨੇ। ਪਹਿਲਾ ਅਰਥ ਭਾਈ ਸਾਹਿਬ ਸਿੰਘ ਜੀ ਜਿਵੇਂ ਕਰ ਰਹੇ ਨੇ ਕਿ ਜਿਸ ਮੌਤ ਦੇ ਵਸ ਅੰਤ ਨੂੰ ਪਈਦਾ ਹੈ, ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ। ਸਰੀਰਕ ਮੌਤ ਦੀ ਗੱਲ ਹੋ ਰਹੀ ਹੈ, ਲੇਕਿਨ ਇਸ ਤੇ ਅੰਤਰੀਵ ਭਾਵ ਨੇ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਨਾ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਸਰੀਰਕ ਮੌਤ ਦੀ ਗੱਲ ਨਹੀਂ ਹੈ, ਉੱਥੇ ਹੈ ਅਹੰਕਾਰ ਵੱਲੋਂ ਮਰਨਾ। ਮੁਇਆ ਦਾ ਮਤਲਬ ਮਰਨ ਦੇ ਨਾਲ ਆਪਣੇ ਆਪੇ ਨੂੰ ਖਤਮ ਕੀਤਿਆਂ, ਆਪਣੀ ਹਉ ਨੂੰ ਖਤਮ ਕੀਤਿਆਂ। ਮੁਇਆ ਜਿਤ ਘਰ ਜਾਈਐ, ਆਪਣੇ ਆਪੇ ਨੂੰ ਮਾਰਿਆ ਜਿਸ ਘਰ ਦੇ ਵਿੱਚ ਜਾਈਦਾ, ਜਿਸ ਪ੍ਰਭੂ ਦੇ ਅੰਦਰ ਸਮਾਈਦਾ। ਹੁਣ ਦੇਖੋ, ਰੱਬ ਦੇ ਅੰਦਰ ਸਮਾਨ ਵਾਸਤੇ ਸਾਨੂੰ ਆਪਣਾ ਆਪਾ ਮਾਰਨਾ ਪੈਣਾ ਹੈ, ਆਪਣੀ ਹਉਮੈ ਖਤਮ ਕਰਨੀ ਪੈਣੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹਰਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਹਉਮੈ ਔਰ ਪ੍ਰਭੂ ਦੀ ਸਿਫਤ ਸਲਾਹ ਇੱਕ ਥਾਂ ਤੇ ਨਹੀਂ ਵਸਦੇ, ਚਾਨਣ ਔਰ ਹਨੇਰਾ ਇੱਕ ਥਾਂ ਤੇ ਨਹੀਂ ਵਸਦੇ। ਇਸ ਲਈ ਜਿਸ ਹਿਰਦੇ ਘਰ ਵਿੱਚ, ਜਿਸ ਰੱਬ ਦੇ ਅੰਦਰ ਆਪਣਾ ਆਪਾ ਮਾਰ ਕੇ ਜਾਈਦਾ, ਤਿਤ ਜੀਵਨ ਦਿਆਂ ਮਰ ਮਾਰ, ਉਸ ਜੀਵਨ ਨੂੰ, ਉਸ ਆਪਣੇ ਆਪ ਨੂੰ ਜਿਉਂਦਿਆਂ ਹੀ ਮਾਰ ਲੈ। ਆਪਣੇ ਆਪੇ ਨੂੰ ਖਤਮ ਕਰ, ਆਪਣੀ ਈਗੋ ਨੂੰ ਖਤਮ ਕਰ, ਵਿਕਾਰਾਂ ਵੱਲੋਂ ਆਪਣੇ ਆਪ ਨੂੰ ਮਾਰ ਲੈ। ਅਨਹਦ ਸ਼ਬਦ ਸੁਹਾਵਣੇ, ਪਾਈਐ ਗੁਰ ਵਿਚਾਰ। ਅਨਹਦ ਦਾ ਮਤਲਬ ਲਗਾਤਾਰ, ਕੰਟੀਨਿਊ, ਇੱਕ ਰਸ। ਸ਼ਬਦ ਦਾ ਮਤਲਬ ਸ਼ਬਦ ਦੀ ਰਾਹੀਂ। ਗੁਰ ਵਿਚਾਰ ਦਾ ਮਤਲਬ ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੀ ਸਿੱਖਿਆ ਤੇ ਤੁਰ ਕੇ। ਪਰ ਐਸੀ ਅਵਸਥਾ ਕਦੋਂ ਮਿਲਦੀ? ਆਪਣੇ ਆਪੇ ਨੂੰ ਬੰਦਾ ਮਾਰ ਕੇ ਰੱਬ ਦੇ ਅੰਦਰ ਕਦੋਂ ਸਮਾਉਂਦਾ ਹੈ?
ਜਦੋਂ ਗੁਰੂ ਦੀ ਦੱਸੀ ਸਿੱਖਿਆ ਤੇ ਤੁਰੀਏ ਤੇ ਪ੍ਰਭੂ ਦੀ ਸਿਫਤ ਸਲਾਹ ਦੇ ਸੋਹਣੇ ਸ਼ਬਦ ਦੇ ਅੰਦਰ ਜੁੜੀਏ, ਤਾਂ ਫਿਰ ਸਾਡੇ ਅੰਦਰ ਲਗਾਤਾਰ ਪ੍ਰਭੂ ਦੇ ਗੁਣ ਪ੍ਰਗਟ ਹੁੰਦੇ ਨੇ। ਤਾਂ ਜਦੋਂ ਗੁਰੂ ਦੀ ਦੱਸੀ ਸਿੱਖਿਆ ਤੇ ਤੁਰੀਏ ਔਰ ਪ੍ਰਭੂ ਦੀ ਸਿਫਤ ਸਲਾਹ ਦੇ ਸੋਹਣੇ ਸ਼ਬਦ ਵਿੱਚ ਇੱਕ ਰਸ ਜੁੜੇ ਰਹੀਏ, ਅਨਹਦ ਦਾ ਮਤਲਬ ਇੱਕ ਰਸ, ਲਗਾਤਾਰ ਕੰਟੀਨਿਊ ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਦੇ ਅੰਦਰ ਜੁੜੇ ਰਹੀਏ, ਤਾਂ ਫਿਰ ਅਸੀਂ ਆਪਣੇ ਆਪੇ ਨੂੰ ਮਾਰ ਲੈਂਦੇ ਹਾਂ। ਅਨਹਦ ਬਾਣੀ ਪਾਈ ਹੈ ਤੈ ਹਉਮੈ ਹੋਏ ਵਿਨਾਸ਼। ਅਨਹਦ ਬਾਣੀ ਦਾ ਮਤਲਬ ਇੱਕ ਰਸ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ। ਅਨਹਦ ਬਾਣੀ ਦਾ ਮਤਲਬ ਇੱਥੇ ਹੈ ਇੱਕ ਰਸ ਸਿਫਤ ਸਲਾਹ ਵਾਲੀ ਅਵਸਥਾ। ਆਮ ਬੰਦਾ ਨਾ ਕਦੇ ਸੱਚ ਨਾਲ ਜੁੜ ਗਿਆ, ਕਦੇ ਝੂਠ ਬੋਲ ਲਿਆ, ਕਦੇ ਵਿਕਾਰ, ਕਦੇ ਪਾਪ। ਤੇ ਅਨਹਦ ਬਾਣੀ ਦਾ ਮਤਲਬ ਲਗਾਤਾਰ ਕੰਟੀਨਿਊ ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਦੇ ਨਾਲ ਜੁੜ ਜਾਣਾ। ਤਾਂ ਜਦੋਂ ਇੱਕ ਰਸ ਸਿਫਤ ਸਲਾਹ ਕਰਨ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਦੀ ਨਿਸ਼ਾਨੀ ਕੀ ਹੈ? ਤੈ ਹਉਮੈ ਹੋਏ ਵਿਨਾਸ਼। ਉਦੋਂ ਬੰਦੇ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਉਦੋਂ ਇਹ ਦੂਜਿਆਂ ਨੂੰ ਨੀਵਾਂ ਨਹੀਂ ਵਿਖਾਉਂਦਾ ਔਰ ਆਪਣੇ ਆਪ ਨੂੰ ਸਭ ਤੋਂ ਵੱਡਾ ਨਹੀਂ ਸਮਝਦਾ। ਉਦੋਂ ਫਿਰ ਇਹ ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਚੱਲਦਾ ਹੈ, ਜਦੋਂ ਮਨੁੱਖ ਲਗਾਤਾਰ ਪ੍ਰਭੂ ਦੀ ਸਿਫਤ ਸਲਾਹ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹਦੇ ਅੰਦਰੋਂ ਹਉਮੈ ਮੇਰ ਤੇਰ ਦੇ ਵਿਤਕਰੇ ਮੁੱਕ ਜਾਂਦੇ ਨੇ। ਸਤਿਗੁਰ ਸੇਵੇ ਆਪਣਾ ਹੋਂ ਸਦ ਕੁਰਬਾਨੈ ਤਾਸ। ਤਾਸ ਦਾ ਮਤਲਬ ਉਸ ਤੋਂ ਜੋ ਆਪਣੇ ਸਤਿਗੁਰ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਗੁਰੂ ਦੀ ਦੱਸੀ ਕਾਰ ਕਮਾਉਂਦਾ ਹੈ। ਗੁਰੂ ਜੀ ਕਹਿੰਦੇ ਨੇ, ਮੈਂ ਐਸੇ ਗੁਰਮੁਖ ਤੋਂ ਬਲਿਹਾਰ ਜਾਂਦਾ ਹਾਂ, ਵਾਰਣੇ ਸਦਕੇ ਜਾਂਦਾ ਹਾਂ, ਜੋ ਆਪਣੇ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਤਾਂ ਉਹਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ ਔਰ ਗੁਰੂ ਦੇ ਦੱਸੇ ਰਾਹਾਂ ਅਨੁਸਾਰ ਜੋ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦਾ ਮਾਣ ਆਦਰ ਸਤਿਕਾਰ ਵੀ ਕਰਨਾ ਚਾਹੀਦਾ ਹੈ ਔਰ ਐਸੇ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਐਸੇ ਇਨਸਾਨਾਂ ਨੂੰ ਮਿਲਦਾ ਕੀ ਹੈ? ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਜਿਨ੍ਹਾਂ ਤੋਂ ਗੁਰੂ ਜੀ ਸਦਕੇ ਜਾ ਰਹੇ ਨੇ, ਉਹਨਾਂ ਨੂੰ ਮਿਲਦਾ ਕੀ ਹੈ? ਖੜ ਦਰਗਾਹ ਪੈਨਾਈ ਹੈ, ਮੁਖ ਹਰ ਨਾਮ ਨਿਵਾਸ। ਖੜ ਦਾ ਮਤਲਬ ਲੈ ਜਾ ਕੇ, ਅਪਣਾ ਕੇ। ਪੈਨਾਈਏ ਦਾ ਮਤਲਬ ਆਦਰ ਕੀਤਾ ਜਾਂਦਾ ਹੈ। ਮੁਖ ਦਾ ਮਤਲਬ ਜਿਸ ਦੇ ਮੂੰਹ ਵਿੱਚ, ਜਿਸ ਦੀ ਜ਼ਬਾਨ ਤੇ। ਜਿਸ ਦੀ ਜ਼ਬਾਨ ਤੇ ਸਦਾ ਪ੍ਰਭੂ ਦੀ ਸਿਫਤ ਸਲਾਹ ਵਸਦੀ ਹੈ, ਪ੍ਰਭੂ ਦੇ ਹੁਕਮ ਵਸਦਾ ਹੈ, ਜੋ ਜ਼ਬਾਨ ਰਾਹੀਂ ਰੱਬੀ ਹੁਕਮ ਦੀ ਗੱਲ ਕਰਦਾ ਹੈ, ਪ੍ਰਭੂ ਦੀ ਸਿਫਤ ਸਲਾਹ ਦੀ ਗੱਲ ਕਰਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਾ ਕੇ ਆਦਰ ਮਿਲਦਾ ਹੈ। ਯਾਨੀ ਉਹ ਰੱਬੀ ਦਰਗਾਹ ਵਿੱਚ ਪਹੁੰਚਦਾ ਹੈ, ਭਾਵ ਕਿ ਪ੍ਰਭੂ ਦੇ ਅੰਦਰ ਉਹ ਸਮਾ ਜਾਂਦਾ ਹੈ। ਤੇ ਐਸੇ ਇਨਸਾਨ ਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ, ਜਿਸ ਦੀ ਜ਼ਬਾਨ ਦੇ ਉੱਤੇ ਹਮੇਸ਼ਾ ਪ੍ਰਭੂ ਦੇ ਗੁਣ ਨੇ, ਹਮੇਸ਼ਾ ਪ੍ਰਭੂ ਦੀ ਸਿਫਤ ਸਲਾਹ ਹੈ, ਜੋ ਹਮੇਸ਼ਾ ਰੱਬੀ ਰਜ਼ਾ ਭਾਣੇ ਦੀ ਗੱਲ ਕਰਦਾ ਹੈ। ਜਹ ਦੇਖਾਂ ਤਹ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ। ਇੱਥੇ ਦੇਖਾ ਨਹੀਂ ਪੜਨਾ, ਦੇਖਾਂ ਬਿੰਦੀ ਲਗਾ ਕੇ। ਜੇ ਦੇਖਾ ਪੜਾਂਗੇ ਤੇ ਇਹਦਾ ਮਤਲਬ ਹੋ ਜਾਏਗਾ ਪਾਸਟ ਟੈਂਸ ਦੇ ਅੰਦਰ ਦੇਖਿਆ ਹੋਇਆ। ਦੇਖਾਂ ਇਹਦਾ ਮਤਲਬ ਹੈ ਮੈਂ ਵੇਖਦਾ ਹਾਂ। ਰਵ ਰਹੇ ਦਾ ਮਤਲਬ ਰੁੱਝੇ ਪਏ ਨੇ। ਸ਼ਿਵ ਦਾ ਮਤਲਬ ਜੀਵਾਤਮਾ ਯਾਨੀ ਜਿੰਦ। ਸ਼ਕਤੀ ਦਾ ਮਤਲਬ ਮਾਇਆ। ਗੁਰਦੇਵ ਕਹਿੰਦੇ ਨੇ, ਜਦੋਂ ਮੈਂ ਸੰਸਾਰ ਦੀ ਹਾਲਾਤ ਵੇਖਦਾ ਹਾਂ ਤਾਂ ਜਿੱਧਰ ਵੀ ਮੈਂ ਵੇਖਦਾ ਹਾਂ, ਆਪ ਹੁਦਰੇ ਜੀਵ ਮਾਇਆ ਦੇ ਅੰਦਰ ਮਸਤ ਹੋ ਰਹੇ ਨੇ। ਹਰ ਪਾਸੇ ਮਾਇਆ ਦਾ ਔਰ ਜੀਵਾਂ ਦਾ ਗਠਜੋੜ ਬਣਿਆ ਹੋਇਆ ਹੈ। ਮਾਇਆ ਦਾ ਮਤਲਬ ਉਹ ਸੋਚ ਜੋ ਸਾਨੂੰ ਇਨਸਾਨੀਅਤ ਨਾਲੋਂ ਤੋੜਦੀ ਹੈ। ਮਾਇਆ ਤੋਂ ਮਤਲਬ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਆਮ ਜੋ ਜੀਵ ਨੇ, ਮਨ ਪਿੱਛੇ ਤੁਰਨ ਵਾਲੇ, ਉਹਨਾਂ ਦਾ ਇਸ ਸੋਚ ਦੇ ਨਾਲ ਗੱਠਜੋੜ ਹੈ। ਇਹ ਹਾਲਾਤ ਸੰਸਾਰ ਦੀ ਬਣੀ ਹੋਈ ਹੈ। ਤ੍ਰੇਹ ਗੁਣ ਬੰਧੀ ਦੇਹੁਰੀ, ਜੋ ਆਇਆ ਜਗ ਸੋ ਖੇਲ। ਤ੍ਰੇਹ ਗੁਣ ਦਾ ਮਤਲਬ ਮਾਇਆ ਦੇ 3 ਗੁਣ, ਰਜ ਗੁਣ, ਤਮ ਗੁਣ ਤੇ ਸਤ ਗੁਣ। ਬੱਧੀ
ਬੰਧੀ ਦਾ ਮਤਲਬ ਬੱਝੀ ਹੋਈ, ਜਗ ਦਾ ਮਤਲਬ ਜਗਤ ਵਿੱਚ। ਤਾਂ ਮਨਮੁਖ ਦਾ ਸਰੀਰ ਜਿਹੜਾ ਹੈ, ਜੀਵਨ ਜਿਹੜਾ ਹੈ, ਤਿੰਨਾਂ ਗੁਣਾਂ ਦੇ ਵਿੱਚ ਬੱਝਾ ਹੋਇਆ ਹੈ। ਤਿੰਨ ਗੁਣ ਕਿਹੜੇ ਨੇ? ਰਜਗੁਣ, ਤਮਗੁਣ ਔਰ ਸਤਗੁਣ। ਜਾਂ ਤਾਂ ਆਮ ਬੰਦਾ ਲਾਲਚ ਵਾਲੇ ਕਰਮ ਕਰ ਰਿਹਾ ਹੈ, ਕੁਝ ਲੋਕ ਅਗਿਆਨਤਾ ਭਰੇ ਕਰਮ ਕਾਂਡ ਕਰ ਰਹੇ ਨੇ, ਔਰ ਕੁਝ ਲੋਕ ਇਸ ਸੰਸਾਰ ਨੂੰ ਹੀ ਤਿਆਗ ਕੇ ਚਲੇ ਗਏ ਨੇ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਇਹ ਸੰਸਾਰ ਰੁੱਝਿਆ ਹੋਇਆ ਹੈ। ਜੋ ਆਇਆ ਜਗ ਸੋ ਖੇਲ, ਜਿਹੜਾ ਜੀਵ ਇਸ ਜਗਤ ਵਿੱਚ ਆਉਂਦਾ ਹੈ, ਮਨ ਪਿੱਛੇ ਤੁਰਨ ਵਾਲਾ ਇਨਸਾਨ ਇਹੀ ਖੇਡ ਖੇਡਦਾ ਹੈ। ਜੋ ਆਇਆ ਜਗ ਸੋ ਖੇਲ, ਖੇਲ ਦਾ ਮਤਲਬ ਉਹ ਇਹ ਖੇਡ ਖੇਲੀ ਜਾ ਰਿਹਾ ਹੈ। ਮਨ ਦੇ ਪਿੱਛੇ ਤੁਰਨ ਵਾਲਾ ਇਨਸਾਨ ਇਹੋ ਹੀ ਖੇਡ ਖੇਲ ਰਿਹਾ ਹੈ, ਰਜਗੁਣ, ਤਮਗੁਣ ਔਰ ਸਤਗੁਣ ਵਾਲੀ। ਵਿਜੋਗੀ ਦੁੱਖ ਵਿਛੜੇ, ਮਨਮੁਖ ਲਹਿ ਨਾ ਮੇਲ। ਵਿਜੋਗੀ ਦਾ ਮਤਲਬ ਵਿਛੜੇ ਹੋਏ, ਰੱਬੀ ਗੁਣਾ ਤੋਂ ਵਾਂਝੇ। ਮਨਮੁਖ ਦਾ ਮਤਲਬ ਆਪ ਹੁਦਰੇ। ਨਾ ਲਹਿ ਦਾ ਮਤਲਬ ਲੈਂਦੇ ਨਹੀਂ, ਨਹੀਂ ਲੈ ਸਕਦੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕਰ ਸਕਦੇ, ਕਿਉਂਕਿ ਉਹ ਵਿਛੜੇ ਹੋਏ ਸਦਾ ਵਿਛੜੇ ਹੀ ਰਹਿੰਦੇ ਨੇ ਔਰ ਹਮੇਸ਼ਾ ਦੁੱਖ ਵਿੱਚ ਰਹਿੰਦੇ ਨੇ। ਉਹਨਾਂ ਦੇ ਵਿਛੋੜੇ ਦਾ ਦੁੱਖ ਕਦੇ ਮਿਟਦਾ ਨਹੀਂ ਹੈ। ਵਿਜੋਗੀ ਦੁੱਖ ਵਿਛੜੇ, ਜੋ ਵਿਛੜੇ ਹੋਏ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਮਨਮੁਖ ਨੇ, ਆਪ ਹੁਦਰੇ ਨੇ, ਉਹ ਰੱਬੀ ਗੁਣਾਂ ਤੋਂ ਵਿਛੜੇ ਹੋਏ ਨੇ। ਉਹ ਦੁੱਖ ਦੇ ਵਿੱਚ ਰਹਿੰਦੇ ਨੇ, ਦੁਖੀ ਜ਼ਿੰਦਗੀ ਜੀਂਦੇ ਨੇ। ਕਦੇ ਵੀ ਉਹਨਾਂ ਦਾ ਪ੍ਰਭੂ ਦੇ ਨਾਲ, ਰੱਬੀ ਗੁਣਾਂ ਦੇ ਨਾਲ ਮਿਲਾਪ ਨਹੀਂ ਹੁੰਦਾ, ਜੋ ਆਪ ਹੁਦਰੇ ਨੇ। ਦੂਜੇ ਪਾਸੇ ਮਨ ਬੈਰਾਗੀ, ਘਰ ਵਸੈ, ਸੱਚ ਭੈ ਰਾਤਾ ਹੋਏ। ਬੈਰਾਗੀ ਦਾ ਮਤਲਬ ਵੈਰਾਗਵਾਨ, ਉਪਰਾਮ। ਔਰ ਇੱਥੇ ਵੈਰਾਗ ਜਿਹੜਾ ਹੈ ਉਹ ਦੁਨੀਆ ਵਾਲਾ ਨਹੀਂ ਹੈ, ਜਿਸ ਨੂੰ ਆਮ ਦੁਨੀਆ, ਆਮ ਸਮਾਜ ਮੰਨਦੀ ਹੈ ਕਿ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਗੁਰਮਤ ਵੈਰਾਗ ਦਾ ਮਤਲਬ ਇਹ ਹੈ ਕਿ ਸੰਸਾਰ ਦੇ ਅੰਦਰ ਰਹਿੰਦਿਆਂ ਵਿਕਾਰਾਂ ਤੋਂ ਅਲੇਪ ਹੋਣਾ। ਸੰਸਾਰ ਵਿੱਚ ਰਹਿੰਦਿਆਂ, ਕਾਰਜਕਾਰ ਕਰਦਿਆਂ ਵਿਕਾਰਾਂ ਤੋਂ ਅਲੇਪ ਹੋਣਾ। ਘਰ ਵਸੈ ਦਾ ਮਤਲਬ ਆਪਣੇ ਸਰੂਪ ਵਿੱਚ ਟਿਕਦਾ ਹੈ। ਸੱਚ ਭੈ ਦਾ ਮਤਲਬ ਸੱਚੇ ਦੇ ਨਿਰਮਲ ਭਉ ਵਿੱਚ। ਰਾਤਾ ਦਾ ਮੀਨਿੰਗ ਹੈ ਰੰਗਿਆ ਹੋਇਆ। ਤਾਂ ਜੋ ਮਾਇਆ ਦੀ ਸੋਚ ਵੱਲੋਂ ਵੈਰਾਗ ਮਨ ਹੈ, ਉਹ ਭਟਕਣਾ ਤੋਂ ਬਚਿਆ ਰਹਿ ਕੇ ਆਪਣੇ ਸਰੂਪ ਦੇ ਅੰਦਰ ਟਿਕਿਆ ਰਹਿੰਦਾ ਹੈ, ਕਿਉਂਕਿ ਉਹ ਪ੍ਰਭੂ ਦੇ ਡਰ ਔਰ ਅਦਬ ਦੇ ਅੰਦਰ ਰੰਗਿਆ ਹੋਇਆ ਹੈ। ਜਿਹੜਾ ਇਨਸਾਨ ਅਸਲ ਵੈਰਾਗਵਾਨ ਹੈ ਨਾ, ਜੋ ਪ੍ਰਭੂ ਦੇ ਭੈ ਦੇ ਅੰਦਰ, ਸੱਚ ਦੇ ਰੰਗ ਦੇ ਅੰਦਰ ਰੰਗਿਆ ਹੋਇਆ ਹੈ, ਉਹ ਆਪਣੇ ਆਪੇ ਦੇ ਅੰਦਰ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਅੰਦਰ ਮਿਲਿਆ ਰਹਿੰਦਾ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਐਸੀ ਮਨੁੱਖੀ ਮਨ ਦੀ ਸਤੇਜ, ਤਾਂ ਸਾਨੂੰ ਵੀ ਆਪਣੀ ਸੋਚ ਨੂੰ ਸੱਚ ਦੇ ਅੰਦਰ ਰੰਗਣਾ ਚਾਹੀਦਾ ਹੈ ਔਰ ਰੱਬੀ ਰਜ਼ਾ ਪਾਣੇ ਵਿੱਚ ਜੀਵਨ ਗੁਜ਼ਾਰਨਾ ਚਾਹੀਦਾ ਹੈ। ਗਿਆਨ ਮਹਾਰਸ ਭੋਗਵੈ, ਬਾਹੁੜ ਭੂਖ ਨਾ ਹੋਏ। ਭੋਗਵੈ ਦਾ ਮਤਲਬ ਮਾਣਦਾ ਹੈ, ਭੂਖ ਦਾ ਮਤਲਬ ਤ੍ਰਿਸ਼ਨਾ, ਗਿਆਨ ਦਾ ਮਤਲਬ ਪ੍ਰਭੂ ਦੇ ਨਾਲ ਡੂੰਗੀ ਸਾਂਝ ਪਾਣੀ। ਮਹਾਰਸ ਦਾ ਮਤਲਬ ਹੈ ਮਹਾਨ ਆਨੰਦ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਰੱਬੀ ਰਜ਼ਾ ਪਾਣੇ ਦੇ ਅੰਦਰ ਰੰਗਿਆ ਹੋਇਆ ਹੈ, ਉਹ ਮਨ ਪ੍ਰਭੂ ਨਾਲ ਡੂੰਗੀ ਸਾਂਝ ਦਾ ਮਹਾਨ ਆਨੰਦ ਮਾਣਦਾ ਹੈ ਤੇ ਉਹਨੂੰ ਮੁੜ ਕੇ ਤ੍ਰਿਸ਼ਨਾ ਆਦਿਕ ਦੀ ਭੁੱਖ ਨਹੀਂ ਵਿਆਪਦੀ। ਉਹਦੀ ਜ਼ਿੰਦਗੀ ਦੇ ਅੰਦਰ ਵਿਕਾਰਾਂ ਦੀ ਚਾਹਤ ਸਦਾ ਲਈ ਖਤਮ ਹੋ ਜਾਂਦੀ ਹੈ। ਜੋ ਪ੍ਰਭੂ ਦੇ ਨਾਲ ਡੂੰਗੀ ਸਾਂਝ ਪਾਉਂਦਾ ਹੈ, ਗਿਆਨ ਦਾ ਮਤਲਬ ਡੂੰਗੀ ਸਾਂਝ ਪਾਣੀ, ਰੱਬੀ ਗੁਣਾਂ ਵਾਲੀ ਜ਼ਿੰਦਗੀ ਜੀਣੀ, ਉਹ ਮਹਾਨ ਰਸ, ਮਹਾਨ ਆਨੰਦ ਨੂੰ ਬੰਦਾ ਮਾਣਦਾ ਹੈ। ਨਾਨਕ ਇਹ ਮਨ ਮਾਰ ਮਿਲ, ਭੀ ਫਿਰ ਦੁੱਖ ਨਾ ਹੋਏ। ਮਾਰ ਦਾ ਮਤਲਬ ਮਾਰ ਕੇ, ਯਾਨੀ ਵਸ ਵਿੱਚ ਕਰਕੇ। ਇਹ ਮਨ ਦਾ ਮਤਲਬ ਇਸ ਮਨ ਨੂੰ, ਗੁਰੂ ਜੀ ਕਹਿੰਦੇ ਨੇ, ਹੇ ਨਾਨਕ ਤੂੰ ਵੀ ਇਸ ਮਨ ਨੂੰ ਮਾਇਆ ਦੇ ਮੋਹ ਵੱਲੋਂ ਮਾਰ ਕੇ ਰੱਬੀ ਗੁਣਾਂ ਦੇ ਨਾਲ ਹਮੇਸ਼ਾ ਜੁੜਿਆ ਰਹੋ। ਜੇ ਤੂੰ ਆਪਣੇ ਮਨ ਨੂੰ ਕਾਬੂ ਕਰਕੇ ਰੱਬੀ ਗੁਣਾਂ ਦੇ ਨਾਲ ਜੁੜਿਆ ਰਹੇ, ਤਾਂ ਫਿਰ ਕਦੇ ਵਿਛੋੜੇ ਦਾ ਦੁੱਖ ਨਹੀਂ ਹੋਵੇਗਾ।
ਫਿਰ ਜ਼ਿੰਦਗੀ ਦੇ ਅੰਦਰ ਮਾਨਸਿਕ ਪਰੇਸ਼ਾਨੀਆਂ ਨਹੀਂ ਹੋਣਗੀਆਂ, ਦੁੱਖ ਨਹੀਂ ਹੋਵੇਗਾ, ਵਿਛੋੜੇ ਦਾ ਦੁੱਖ ਨਹੀਂ ਹੋਵੇਗਾ। ਸ੍ਰੀ ਰਾਗ ਮਹਿਲਾ ਪਹਿਲਾ। ਇਹ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੁਭਾਨ। ਇਹ ਲੁਭਾਨ ਸ਼ਬਦ ਨੂੰ ਤੁਸੀਂ ਦੇਖ ਰਹੇ ਹੋ, ਲੱਲੇ ਤੇ ਹੋੜਾ ਵੀ ਹੈ ਔਰ ਔਂਕੜ ਵੀ ਹੈ। ਜੋ ਅਸਲ ਸ਼ਬਦ ਹੈ ਉਹ ਹੈ ਹੋੜੇ ਨਾਲ ਲੋਭਾਨ, ਪਰ ਇਹਨੂੰ ਪੜਨਾ ਹੈ ਔਂਕੜ ਨਾਲ ਲੁਭਾਨ। ਲੋਭੇ ਦਾ ਮਤਲਬ ਲੋਭ ਵਿੱਚ, ਮਨੋ ਦਾ ਮਤਲਬ ਮਨ, ਤੇ ਲੁਭਾਨ ਦਾ ਮਤਲਬ ਲੁਭਾਏਮਾਨ ਹੋਣਾ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਵੇੜੇ ਮਨੁੱਖ ਦਾ ਇਹ ਮਨ ਮੂਰਖ ਹੈ, ਲਾਲਚੀ ਹੈ ਔਰ ਹਰ ਅੰਦਰ ਲੋਭ ਦੇ ਅੰਦਰ ਫਸਿਆ ਰਹਿੰਦਾ ਹੈ। ਜੋ ਆਪ ਖੁਦਰਾ ਮਨੁੱਖ ਹੈ ਉਹਦਾ ਮਨ ਮੂਰਖ ਹੈ, ਲਾਲਚੀ ਹੈ, ਹਰ ਵੇਲੇ ਲੋਭ ਦੇ ਅੰਦਰ ਫਸਿਆ ਰਹਿੰਦਾ ਹੈ। ਸ਼ਬਦ ਨਾ ਭੀਜੈ ਸਾਖਤਾ, ਦੁਰਮਤ ਆਵਨ ਜਾਨ। ਸ਼ਬਦ ਦਾ ਮੀਨਿੰਗ ਹੈ ਸ਼ਬਦ ਵਿੱਚ। ਨਾ ਭੀਜੇ ਦਾ ਮਤਲਬ ਪਤੀਜ ਦਾ ਨਹੀਂ, ਸਾਖਤਾ ਦਾ ਮਤਲਬ ਮਾਇਆ ਵੇੜਿਆ, ਦੁਰਮਤ ਦਾ ਮਤਲਬ ਭੈੜੀ ਮਤ ਦੇ ਕਾਰਨ, ਤੇ ਆਵਨ ਜਾਨ ਦਾ ਮੀਨਿੰਗ ਹੈ ਭਟਕਣਾ। ਗੁਰੂ ਦੇ ਸ਼ਬਦ ਵਿੱਚ ਇਸ ਦੀ ਰੁਚੀ ਨਹੀਂ ਬਣਦੀ। ਸ਼ਬਦ ਨਾ ਭੀਜੈ ਸਾਖਤਾ, ਮਾਇਆ ਵੇੜੇ ਮਨ ਦੀ ਗੁਰੂ ਦੇ ਸ਼ਬਦ ਵਿੱਚ ਰੁਚੀ ਨਹੀਂ ਬਣਦੀ, ਪ੍ਰੀਤ ਨਹੀਂ ਬਣਦੀ, ਤੇ ਇਸ ਭੈੜੀ ਮਤ ਦੇ ਕਾਰਨ ਭਟਕਣਾ ਬਣੀ ਰਹਿੰਦੀ ਹੈ। ਆਵਣ ਜਾਣ ਦਾ ਮਤਲਬ ਭਟਕਣਾ ਬਣੀ ਰਹਿੰਦੀ ਹੈ। ਮਨ ਟਿਕਦਾ ਨਹੀਂ, ਮਨ ਕਿਸੇ ਉੱਚੇ ਸੁੱਚੇ ਗੋਲ ਤੇ ਜੁੜਦਾ ਨਹੀਂ, ਮਨ ਆਪਣੇ ਮਨੋਰਥ ਨੂੰ ਨਹੀਂ ਦੇਖਦਾ, ਮਨ ਦੇ ਅੰਦਰ ਭਟਕਣਾ ਹਮੇਸ਼ਾ ਬਣੀ ਰਹਿੰਦੀ ਹੈ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਸਾਧੂ ਸਤਿਗੁਰੂ ਇਕੱਠਾ ਹੀ ਸ਼ਬਦ ਹੈ। ਜੇ ਗੁਰੂ ਸਤਿਗੁਰੂ ਮਿਲ ਪਏ ਤਾਂ ਗੁਣਾਂ ਦਾ ਖਜ਼ਾਨਾ ਪ੍ਰਭੂ ਵੀ ਇਹਨੂੰ ਮਿਲ ਪੈਂਦਾ ਹੈ। ਗੁਣੀ ਨਿਧਾਨ ਦਾ ਮਤਲਬ ਗੁਣਾਂ ਦਾ ਖਜ਼ਾਨਾ, ਸਾਧੂ ਸਤਿਗੁਰੂ ਦਾ ਮਤਲਬ ਗੁਰੂ ਸਤਿਗੁਰੂ। ਜੇ ਮਹਾਨ ਗੁਰੂ ਮਿਲ ਪਏ ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਕਰਕੇ ਜੋ ਗੁਣਾਂ ਦਾ ਸਾਗਰ ਪ੍ਰਭੂ ਹੈ ਉਸ ਨੂੰ ਬੰਦਾ ਪਾ ਲੈਂਦਾ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਉਪਦੇਸ਼ ਦੇ ਰਹੇ ਹਨ, ਮਨ ਰੇ ਹਉਮੈ ਛੋੜ ਗੁਮਾਨ। हे ਮੇਰੇ ਮਨ, ਹਉਮੈ ਛੱਡ, ਹੰਕਾਰ ਤਿਆਗ। ਮੈਂ ਸਿਆਣਾ ਹਾਂ, ਮੈਂ ਵੱਡਾ ਹਾਂ, ਮੈਂ ਮੇਰ ਤੇਰ ਦੇ ਵਿਤਕਰੇ, ਇਹਨਾਂ ਨੂੰ ਛੱਡ ਦੇ, ਹੰਕਾਰ ਨੂੰ ਛੱਡ ਦੇ। ਆਪਣੇ ਜੀਵਨ ਦੇ ਵਿੱਚੋਂ ਇਹਨਾਂ ਚੀਜ਼ਾਂ ਨੂੰ ਖਤਮ ਕਰ। ਹਰ ਗੁਰ ਸਰਵਰ ਸੇਵ ਤੂੰ, ਪਾਵਹਿ ਦਰਗਾਹ ਮਾਨ। ਸਰਵਰ ਦਾ ਮਤਲਬ ਸ੍ਰੇਸ਼ਟ ਤਲਾ, ਤਲਾ ਦੀ ਤਰ੍ਹਾਂ ਗਿਆਨ ਦਾ ਸਾਗਰ ਜੋ ਸਾਡੇ ਮਨ ਬੁੱਧੀ ਨੂੰ ਪਵਿੱਤਰ ਕਰਨ ਵਾਲਾ ਹੈ। ਹਰ ਗੁਰ ਸਰਵਰ ਸੇਵ ਤੂੰ, ਯਾਨੀ ਪ੍ਰਭੂ ਦੇ ਰੂਪ ਗੁਰੂ ਦੀ ਸ਼ਰਨ ਪਾਓ। ਜੋ ਮਨ ਔਰ ਬੁੱਧੀ ਨੂੰ ਪਵਿੱਤਰ ਕਰਨ ਵਾਲਾ ਗਿਆਨ ਦਾ ਇੱਕ ਸਰੋਵਰ ਹੈ। ਜੇ ਤੂੰ ਇਸ ਗਿਆਨ ਦੇ ਸਰੋਵਰ ਵਿੱਚ ਆਪਣੇ ਮਨ ਔਰ ਮਤ ਨੂੰ ਇਸ਼ਨਾਨ ਕਰਾਏ ਔਰ ਗੁਰੂ ਦੱਸੇ ਰਾਹਾਂ ਤੇ ਤੁਰੇ ਤਾਂ ਉਹਦਾ ਰਿਜ਼ਲਟ ਨਿਕਲੇਗਾ ਪਾਵੇਂ ਦਰਗਾਹ ਮਾਨ। ਤੂੰ ਰੱਬੀ ਹਜ਼ੂਰੀ ਵਿੱਚ ਆਦਰ ਹਾਸਲ ਕਰੇਗਾ, ਪ੍ਰਭੂ ਦਾ ਮਿਲਾਪ ਹਾਸਲ ਕਰੇਗਾ। ਤਾਂ ਜੋ ਗੁਰੂ ਪ੍ਰਭੂ ਦਾ ਰੂਪ ਹੈ, ਗਿਆਨ ਦਾ ਮਹਾਨ ਸਰੋਵਰ ਹੈ, ਉਹਦੀ ਸ਼ਰਨੀ ਪਾਓ। ਇਸ ਤਰ੍ਹਾਂ ਤੈਨੂੰ ਰੱਬੀ ਹਜ਼ੂਰੀ ਵਿੱਚ ਮਾਨ ਆਦਰ ਮਿਲੇਗਾ। ਰਹਾਓ, ਰਾਮ ਨਾਮ ਜਪ ਦਿਨਸ ਰਾਤ, ਗੁਰਮੁਖ ਹਰ ਤਨ ਜਾਨ। ਜਾਨ ਦਾ ਮਤਲਬ ਪਛਾਣ, ਸਾਂਝ ਪਾ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨੀ ਪੈ ਕੇ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ। ਨਾਮ ਦਾ ਮਤਲਬ ਹੁਕਮ। ਜਪ ਦਾ ਮਤਲਬ ਜਾਣ, ਸਾਂਝ ਪਾ। ਤਾਂ हे ਮੇਰੇ ਮਨ, ਰਮੇ ਹੋਏ ਪ੍ਰਭੂ ਦੇ ਹੁਕਮ ਦੇ ਨਾਲ ਦਿਨ ਰਾਤ ਸਾਂਝ ਬਣਾ, ਯਾਨੀ ਦਿਨ ਰਾਤ ਰੱਬੀ ਹੁਕਮ ਦੇ ਅੰਦਰ ਤੁਰ। ਗੁਰਮੁਖ ਹਰ ਤਨ ਜਾਨ, ਗੁਰੂ ਦੀ ਸ਼ਰਨੀ ਪੈ ਕੇ। ਹਰ ਤਨ ਦਾ ਮਤਲਬ ਜੋ ਰੱਬੀ ਗੁਣ ਨੇ, ਇਹਨਾਂ ਨੂੰ ਸਮਝ, ਇਹਨਾਂ ਦੀ ਕਦਰ ਨੂੰ ਸਮਝ। ਗੁਰਮੁਖ ਹਰ ਤਨ ਜਾਨ, ਹਰ ਤਨ ਦਾ ਮਤਲਬ ਜੋ ਹਰੀ ਧਨ ਹੈ, ਰੱਬੀ ਗੁਣਾਂ ਦਾ ਧਨ ਹੈ। ਇਸ ਧਨ ਦੀ ਕਦਰ ਨੂੰ ਸਮਝ, ਇਸ ਧਨ ਦੀ ਕਦਰ ਨੂੰ ਜਾਣ ਤੇ ਦਿਨ ਰਾਤ ਰੱਬੀ ਹੁਕਮ ਦੇ ਅੰਦਰ ਜੀਵਨ ਗੁਜ਼ਾਰ।
ਇਹਦੇ ਨਾਲ ਕੀ ਮਿਲੇਗਾ? ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਮਿਲ ਦਾ ਮਤਲਬ ਮਿਲ ਕੇ, ਗਿਆਨ ਦਾ ਮਤਲਬ ਡੂੰਗੀ ਸਾਂਝ। ਸਾਧ ਸੰਗਤ ਵਿੱਚ ਮਿਲ ਕੇ ਰੱਬੀ ਸਿਫਤ ਸਲਾਹ ਦੇ ਨਾਲ ਸਾਂਝ ਪਾ। ਇਹਦੇ ਨਾਲ ਕੀ ਹੋਏਗਾ? ਸਾਰੇ ਆਤਮਿਕ ਆਨੰਦ ਪ੍ਰਾਪਤ ਹੋ ਜਾਣਗੇ। ਸਭ ਸੁਖ ਹਰ ਰਸ ਭੋਗਣੇ, ਹਰੀ ਦਾ ਰਸ, ਸਾਰੇ ਸੁਖ ਆਤਮਿਕ ਆਨੰਦ ਮਿਲ ਜਾਣਗੇ ਜੇ ਤੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਰੱਬੀ ਗੁਣਾਂ ਦੇ ਨਾਲ ਆਪਣੀ ਸਾਂਝ ਬਣਾ ਲਵੇ। ਨਿਤ ਅਹਨਿਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਇੱਥੇ ਨਾਮ ਦਾ ਮੀਨਿੰਗ ਹੈ ਗਿਆਨ, ਕਿਉਂਕਿ ਨਾਮ ਦੇ ਕਈ ਸਾਰੇ ਅਰਥ ਨੇ। ਨਾਮ ਦਾ ਮਤਲਬ ਰੱਬ ਵੀ ਹੈ, ਨਾਮ ਦਾ ਮਤਲਬ ਹੁਕਮ ਵੀ ਹੈ, ਨਾਮ ਦਾ ਮਤਲਬ ਨਾਮ ਹੀ ਹੈ, ਨਾਮ ਦਾ ਮਤਲਬ ਗਿਆਨ ਵੀ ਹੈ। ਇੱਥੇ ਨਾਮ ਦਾ ਮਤਲਬ ਹੈ ਗਿਆਨ। ਨਿਤ ਅਹਨਿਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਸਤਿਗੁਰ ਨੇ ਜਿਸ ਨੂੰ ਗਿਆਨ ਦੀ ਦਾਤ ਬਖਸ਼ੀ ਹੈ, ਉਹਨੇ ਦਿਨ ਰਾਤ ਹਰੀ ਨੂੰ ਸੇਵਿਆ ਹੈ, ਯਾਨੀ ਸਿਮਰਿਆ ਹੈ। ਉਹ ਰੱਬੀ ਗੁਣਾਂ ਦੀ ਯਾਦ ਵਿੱਚ ਜੁੜਿਆ ਹੈ, ਉਹਨੇ ਰੱਬ ਦੀ ਸਿਫਤ ਸਲਾਹ ਕੀਤੀ ਹੈ, ਉਹ ਰੱਬੀ ਰਜ਼ਾ ਦੇ ਵਿੱਚ ਤੁਰਿਆ ਹੈ, ਜਿਸ ਨੂੰ ਸਤਿਗੁਰੂ ਨੇ ਗਿਆਨ ਦੀ ਦਾਤ ਦਿੱਤੀ ਹੈ, ਵਿਵੇਕ ਬੁੱਧ ਦਿੱਤੀ ਹੈ, ਸੂਝ ਔਰ ਸਮਝ ਦਿੱਤੀ ਹੈ। ਉਹਨੇ ਦਿਨ ਰਾਤ ਰੱਬੀ ਸਿਫਤ ਸਲਾਹ ਕੀਤੀ ਹੈ, ਰੱਬੀ ਰਜ਼ਾ ਵਿੱਚ ਤੁਰਿਆ ਹੈ। ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਨ। ਕੂਕਰ ਦਾ ਮਤਲਬ ਕੁੱਤੇ। ਜੇ ਕੂਕਰ ਦੇ ਪੈਰ ਥੱਲੇ, ਰਾਰੇ ਥੱਲੇ ਔਂਕੜ ਹੁੰਦਾ ਤਾਂ ਇੱਕ ਕੁੱਤੇ ਦੀ ਗੱਲ ਹੋਣੀ ਸੀ। ਇੱਥੇ ਕੂਕਰ ਸ਼ਬਦ ਬਹੁਵਚਨੀ ਹੈ, ਕੂਕਰ। ਕੂੜ ਕਮਾਈ ਹੈ, ਕੂੜ ਦਾ ਮਤਲਬ ਜੋ ਕੂੜ ਕਮਾਣਾ ਹੈ, ਝੂਠ ਕਮਾਣਾ ਹੈ। ਪਚੈ ਦਾ ਮਤਲਬ ਖੁਆਰ ਹੁੰਦਾ ਹੈ, ਤੇ ਪਚੈ ਪਛਾਣ ਦਾ ਇਕੱਠਾ ਅਰਥ ਹੈ ਹਰ ਵੇਲੇ ਹੀ ਖੁਆਰ ਹੁੰਦਾ ਰਹਿੰਦਾ ਹੈ, ਪਚਦਾ ਹੀ ਪਚਦਾ ਰਹਿੰਦਾ ਹੈ, ਖਪਦਾ ਹੀ ਖਪਦਾ ਰਹਿੰਦਾ ਹੈ। ਜਿਹੜਾ ਮਨੁੱਖ ਆਪਣੇ ਲੋਭੀ ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ ਦਰ-ਦਰ ਤੇ ਖੁਆਰ ਹੁੰਦਾ ਹੈ। ਔਰ ਕੂੜ ਕਮਾਈਏ ਦਾ ਮਤਲਬ ਝੂਠ ਹੀ ਝੂਠ ਕਮਾਉਂਦਾ ਹੈ, ਉਹਦੇ ਅੰਦਰ ਮਾਇਆ ਵਾਲੀ ਬਿਰਤੀ ਹੀ ਟਿਕੀ ਰਹਿੰਦੀ ਹੈ। ਗੁਰ ਨਿੰਦਾ ਪਚੇ ਪਛਾਣ, ਤੇ ਉਹ ਗੁਰੂ ਦੀ ਨਿੰਦਿਆ ਵਿੱਚ ਹਰ ਵੇਲੇ ਖੁਆਰ ਹੁੰਦਾ ਰਹਿੰਦਾ ਹੈ। ਗੁਰੂ ਦੀ ਨਿੰਦਾ ਵੀ ਕਰਨ ਤੋਂ ਉਹ ਸੰਕੋਚ ਨਹੀਂ ਕਰਦਾ, ਗੁਰੂ ਦੇ ਸਿਧਾਂਤਾਂ ਦੇ ਵੀ ਉਹ ਖਿਲਾਫ ਬੋਲਦਾ ਹੈ। ਜਿਹੜਾ ਇਨਸਾਨ ਮਨਮੁਖ ਹੈ, ਜਿਹੜਾ ਮਨੁੱਖ ਆਪਣੇ ਲੋਭੀ ਮਨ ਦੇ ਪਿੱਛੇ ਤੁਰ ਰਿਹਾ ਹੈ, ਉਹਦੀ ਗੱਲ ਹੋ ਰਹੀ ਹੈ। ਆਪ ਖੁਦਰਾ ਹੈ, ਲੋਭੀ ਮਨ ਦੇ ਪਿੱਛੇ ਤੁਰਦਾ ਹੈ, ਕੁੱਤਿਆਂ ਵਾਂਗ ਬੁਰਕੀ ਬੁਰਕੀ ਵਾਸਤੇ ਦਰ-ਦਰ ਤੇ ਖੁਆਰ ਹੁੰਦਾ ਹੈ, ਸਦਾ ਮਾਇਆ ਵਾਲੀ ਦੌੜ ਭੱਜ ਕਰਦਾ ਰਹਿੰਦਾ ਹੈ। ਉਹ ਇੱਥੋਂ ਤੱਕ ਨਿੱਘਰ ਜਾਂਦਾ ਹੈ ਕਿ ਗੁਰੂ ਦੀ ਨਿੰਦਿਆ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ, ਔਰ ਇਸ ਤਰ੍ਹਾਂ ਸਾਰੀ ਜ਼ਿੰਦਗੀ ਖੁਆਰ ਹੁੰਦਾ ਰਹਿੰਦਾ ਹੈ। ਭਰਮੇ ਭੂਲਾ ਦੁੱਖ ਘਣੋ, ਜਮ ਮਾਰ ਕਰੇ ਖੁਲਹਾਨ। ਜਮ ਮਾਰ ਕਰੇ ਖੁਲਹਾਨ। ਖੁਲਹਾਨ ਦਾ ਮਤਲਬ ਹੁੰਦਾ ਹੈ ਭੋਗ ਕਰ ਦੇਣਾ, ਘਣੋ ਦਾ ਮਤਲਬ ਬਹੁਤ, ਮਾਰ ਦਾ ਮਤਲਬ ਮਾਰ ਕੇ, ਖੁਲਹਾਨ ਕਰੇ ਦਾ ਮਤਲਬ ਭੋਗ ਕਰ ਦਿੰਦਾ ਹੈ। ਖੁਲਹਾਨ ਦਾ ਮਤਲਬ ਹੁੰਦਾ ਹੈ ਖੁੱਲਣਾ, ਗੁੱਜੀ ਮਾਰ ਮਾਰਨੀ। ਜਿਵੇਂ ਜਿਨ੍ਹਾਂ ਨੇ ਖੇਤੀ ਕੀਤੀ ਨਾ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਚਣਿਆਂ ਦੇ ਖੇਤ ਸਨ ਨਾ, ਚਣਿਆਂ ਦੀ ਫਸਲ ਵੱਢ ਕੇ ਉਹਨੂੰ ਤਰੰਗਲੀਆਂ ਦੇ ਨਾਲ ਕੁੱਟਿਆ ਜਾਂਦਾ ਸੀ, ਤੇ ਬਾਅਦ ਦੇ ਵਿੱਚ ਉਹਦਾ ਭੋਗ ਬਣ ਜਾਂਦਾ ਸੀ। ਕਣਕ ਦਾ ਜਿਹੜਾ ਭੋਗ ਹੈ ਉਹਨੂੰ ਤੂੜੀ ਕਹਿ ਦਿੰਦੇ ਨੇ, ਛੋਲਿਆਂ ਦਾ ਭੋਗ ਉਹਨੂੰ ਭੋਗ ਕਹਿ ਦਿੰਦੇ ਨੇ। ਤੂੜੀ ਦੀ ਤਰ੍ਹਾਂ ਕਿਸੇ ਚੀਜ਼ ਨੂੰ ਬਣਾ ਦੇਣਾ। ਭਰਮੇ ਭੂਲਾ ਦੁੱਖ ਘਣੋ, ਮਾਇਆ ਵਾਲੀ ਭਟਕਣਾ ਦੇ ਵਿੱਚ ਉਹ ਕੁਰਾਏ ਪਿਆ ਰਹਿੰਦਾ ਹੈ। ਦੁੱਖ ਘਣੋ ਦਾ ਮਤਲਬ ਉਹ ਬਹੁਤ ਦੁੱਖ ਭੋਗਦਾ ਹੈ। ਜਮ ਵਾਰ ਕਰੇ ਖੁਲਹਾਨ, ਤੇ ਜੋ ਜਮ ਹੈ ਆਤਮਿਕ ਮੌਤ, ਉਹਨੂੰ ਮਾਰ ਮਾਰ ਕੇ ਭੋਗ ਕਰ ਦਿੰਦੀ ਹੈ। ਜਿਹੜੇ ਵਿਕਾਰ ਨੇ ਨਾ, ਉਹ ਆਤਮਿਕ ਮੌਤ ਤੇ ਵੀ ਉਹਨੂੰ ਮਾਰ ਦਿੰਦੇ ਨੇ ਤੇ ਉਹਦਾ ਭੋਗ ਬਣਾ ਦਿੰਦੇ ਨੇ। ਭਾਵ ਕਿ ਉਹ ਕਿਸੇ ਕੀਮਤ ਦਾ ਨਹੀਂ ਰਹਿ ਜਾਂਦਾ, ਉਹਦੀ ਜ਼ਿੰਦਗੀ ਬੇਕਾਰ ਔਰ ਵਿਅਰਥ ਹੋ ਜਾਂਦੀ ਹੈ। ਔਰ ਐਸਾ ਬੰਦਾ ਆਤਮਿਕ ਮੌਤ ਤੇ ਮਰ ਜਾਂਦਾ ਹੈ, ਜਿਹੜਾ ਭਟਕਣਾ ਦੇ ਵਿੱਚ ਪਿਆ ਹੋਇਆ ਹੈ, ਰੱਬੀ ਗੁਣਾਂ ਦੇ ਨਾਲ ਉਹ ਟੁੱਟਿਆ ਹੋਇਆ ਹੈ। ਉਹ ਬਹੁਤੇ ਦੁੱਖ ਭੋਗਦਾ ਹੈ ਤੇ ਆਤਮਿਕ ਮੌਤ ਉਹਨੂੰ ਮਾਰ ਦਿੰਦੀ। ਮਨਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਭਾਨ। ਸੁਭਾਨ ਦਾ ਮਤਲਬ ਸੁਭਾਨ, ਅਚਰਜ,
ਪਵਿੱਤਰ, ਭਲਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਉਂਦਾ। ਮਨਮੁਖ ਸੁਖ ਨਾ ਪਾਈਏ। ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਆਪ ਖੁਦਰਾ ਹੈ, ਜੋ ਨਾ ਸਮਾਜ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ, ਨਾ ਧਾਰਮਿਕ ਜ਼ਿੰਦਗੀ ਜੀ ਰਿਹਾ ਹੈ, ਗੁਰਬਾਣੀ ਆਸ਼ੇ ਅਨੁਸਾਰ ਜੀਵਨ ਨਹੀਂ ਜਿੰਦਾ, ਆਮ ਦੇਸ਼ਾਂ ਦੇ ਕਾਨੂੰਨਾਂ ਨੂੰ ਤੋੜਦਾ ਹੈ। ਮਤਲਬ ਕਿ ਆਪ ਖੁਦਰਾ ਮਨੁੱਖ ਕੁਦਰਤੀ ਨਿਯਮਾਂ ਨੂੰ ਵੀ ਫੋਲੋ ਨਹੀਂ ਕਰਦਾ। ਤਾਂ ਐਸਾ ਜੋ ਮਨੁੱਖ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਹੈ, ਸੁਖ ਨਹੀਂ ਪਾਉਂਦਾ। ਗੁਰਮੁਖ ਸੁਖ ਸੁਭਾਨ, ਪਰ ਗੁਰੂ ਦੀ ਸ਼ਰਨ ਪਿਆ ਅਚਰਜ ਆਨੰਦ ਮਿਲਦਾ ਹੈ, ਅਚਰਜ ਸੁਖ ਮਿਲਦਾ ਹੈ, ਹੈਰਾਨ ਕਰ ਦੇਣ ਵਾਲੀਆਂ ਖੁਸ਼ੀਆਂ ਮਿਲਦੀਆਂ ਨੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ। ਐਥੇ ਧੰਦ ਪਿਟਾਈ ਹੈ, ਸੱਚ ਲਿਖਤ ਪਰਵਾਨ। ਐਥੇ ਦਾ ਮਤਲਬ ਇਸ ਜਨਮ ਵਿੱਚ ਜੋ ਸਮਾਂ ਚੱਲ ਰਿਹਾ ਹੈ। ਧੰਦ ਪਿਟਾਈਏ ਦਾ ਮਤਲਬ ਜੰਜਾਲ, ਧੰਦ ਦਾ ਮਤਲਬ ਜੰਜਾਲ, ਪਿਟਾਈਏ ਦਾ ਮਤਲਬ ਦੁਨੀਆ ਦੇ ਜੰਜਾਲਾਂ ਵਿੱਚ ਖਚਤ ਰਹੀਦਾ। ਇਹ ਆਪਾਂ ਵਿਚਾਰ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ। ਬੰਦਾ ਕਰਦਾ ਹੈ ਕੰਮ, ਜ਼ਿੰਦਗੀ ਜੀਣ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ, ਪਰ ਜਦੋਂ ਬੰਦਾ ਮਨ ਬਚਨ ਕਰਮ ਕਰਕੇ ਸੱਚ ਨੂੰ ਬੇਸ ਬਣਾ ਕੇ ਕਰਮ ਕਰਦਾ ਹੈ, ਉਹ ਕਰਮ ਭਗਤੀ ਬਣ ਜਾਂਦੇ ਨੇ, ਉਹ ਕਰਮ ਸੱਚੀ ਸੁੱਚੀ ਕਿਰਤ ਬਣ ਜਾਂਦੀ ਹੈ, ਧਰਮ ਬਣ ਜਾਂਦੇ ਨੇ ਉਹ ਕਰਮ। ਪਰ ਜਦੋਂ ਬੰਦਾ ਝੂਠ ਨੂੰ ਬੇਸ ਬਣਾ ਕੇ ਕਰਮ ਕਰਦਾ ਹੈ, ਉਹ ਕਰਮ ਜੰਜਾਲ ਬਣ ਜਾਂਦੇ ਨੇ, ਧੰਦੇ ਬਣ ਜਾਂਦੇ ਨੇ, 2 ਨੰਬਰ ਦੇ ਧੰਦੇ ਹੋ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਮਨੁੱਖ ਇਸ ਦੁਨੀਆ ਦੇ ਅੰਦਰ ਜੰਜਾਲਾਂ ਵਿੱਚ, ਮਾੜੇ ਕੰਮਾਂ ਦੇ ਅੰਦਰ ਖਚਤ ਰਹਿੰਦਾ ਹੈ, ਪਰ ਰੱਬੀ ਦਰ ਤੇ ਪ੍ਰਵਾਨ ਕੀ ਹੈ? ਸੱਚ ਲਿਖਤ। ਜੋ ਸੱਚ ਦਾ ਲੇਖ ਹੈ ਉਹ ਪ੍ਰਵਾਨ ਹੈ, ਸੱਚੀ ਕਰਨੀ। ਸੱਚ ਲਿਖਤ ਦਾ ਮਤਲਬ ਸੱਚੀ ਕਰਨੀ, ਸੱਚੇ ਅਮਲਾਂ ਦੀ ਲਿਖਤਕਾਰ ਕਬੂਲ ਹੁੰਦੀ ਹੈ। ਜਿਹੜੀ ਸੱਚੀ ਕਰਨੀ ਲਿਖੀ ਹੈ ਉਹ ਕਬੂਲ ਹੁੰਦੀ ਹੈ। ਬੰਦਾ ਝੂਠ ਦੀ ਕਰਨੀ ਲਿਖ ਰਿਹਾ ਹੈ। ਅਸੀਂ ਆਪਣੇ ਅੰਦਰ 2 ਚੀਜ਼ਾਂ ਲਿਖ ਰਹੇ ਹਾਂ ਨਾ, ਚਾਹੇ ਝੂਠ ਔਰ ਚਾਹੇ ਸੱਚ, ਜੋ ਸੰਸਕਾਰ ਅਸੀਂ ਪੈਦਾ ਕਰ ਰਹੇ ਹਾਂ। ਰੱਬੀ ਦਰ ਤੇ ਸੱਚ ਪ੍ਰਵਾਨ ਹੈ, ਲੇਕਿਨ ਜੋ ਆਮ ਮਨੁੱਖ ਹੈ ਇੱਥੇ ਕੂੜ ਕਮਾਉਂਦਾ ਰਹਿੰਦਾ ਹੈ, ਧੰਦਿਆਂ ਦੇ ਅੰਦਰ ਖਚਤ ਰਹਿੰਦਾ ਹੈ, 2 ਨੰਬਰ ਦੇ ਧੰਦਿਆਂ ਵਿੱਚ। ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਧਾਨ। ਗੁਰ ਕਰਨੀ ਦਾ ਮਤਲਬ ਗੁਰੂ ਵਾਲੀ ਕਾਰ, ਜੋ ਕੰਮ ਗੁਰੂ ਦੱਸਦਾ ਹੈ, ਜੋ ਵੇ ਆਫ ਲਾਈਫ ਗੁਰੂ ਜੀ ਨੇ ਦਿੱਤਾ ਹੈ। ਪ੍ਰਧਾਨ ਦਾ ਮਤਲਬ ਸ੍ਰੇਸ਼ਟ। ਹਰ ਗੁਰ ਸੱਜਣ ਸੇਵਦਾ। ਗੁਰੂ ਅਸਲ ਮਿੱਤਰ ਪ੍ਰਭੂ ਦਾ ਸਿਮਰਨ ਕਰਦਾ ਹੈ, ਰੱਬੀ ਯਾਦ ਵਿੱਚ ਜੁੜਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਤੇ ਹੋਰਨਾਂ ਨੂੰ ਵੀ ਇਹ ਪ੍ਰੇਰਨਾ ਕਰਦਾ ਹੈ ਕਿ ਗੁਰੂ ਵਾਲੀ ਇਹ ਕਾਰ ਦਰਗਾਹ ਵਿੱਚ ਮੰਨੀ ਜਾਂਦੀ ਹੈ। ਗੁਰੂ ਸਾਨੂੰ ਇਹ ਉਪਦੇਸ਼ ਦਿੰਦਾ ਹੈ। ਤੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਹਮੇਸ਼ਾ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ ਔਰ ਦੂਜਿਆਂ ਨੂੰ ਇਹ ਉਪਦੇਸ਼ ਕਰਦੇ ਨੇ ਕਿ ਗੁਰੂ ਦੀ ਕਰਨੀ ਹੀ ਸ੍ਰੇਸ਼ਟ ਕਰਨੀ ਹੈ। ਗੁਰੂ ਦਾ ਦਿੱਤਾ ਵੇ ਆਫ ਲਾਈਫ ਹੀ ਜੀਵਨ ਦਾ ਸਭ ਤੋਂ ਚੰਗਾ ਢੰਗ ਹੈ ਜ਼ਿੰਦਗੀ ਨੂੰ ਸਫਲ ਕਰਨ ਦਾ। ਨਾਨਕ ਨਾਮ ਨਾ ਵਿਸਰੈ, ਕਰਮ ਸੱਚੈ ਨਿਸ਼ਾਨ। ਕਰਮ ਦਾ ਮਤਲਬ ਬਖਸ਼ਿਸ਼ ਦੀ ਰਾਹੀਂ, ਕਰਮ ਸੱਚੇ ਦਾ ਮਤਲਬ ਸਦਾ ਥਿਰ ਪ੍ਰਭੂ ਦੀ ਮਿਹਰ ਦੇ ਨਾਲ, ਤੇ ਨਿਸ਼ਾਨ ਦਾ ਮਤਲਬ ਨਿਸ਼ਾਨ। ਨਾਨਕ ਨਾਮ ਨਾ ਵਿਸਰੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ ਜਿਸ ਮਨੁੱਖ ਦੇ ਮੱਥੇ ਦਾ ਲੇਖ ਉਗੜਦਾ ਹੈ, ਉਹਨੂੰ ਪ੍ਰਭੂ ਕਦੇ ਭੁੱਲਦਾ ਨਹੀਂ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਕਰਮ ਸੱਚੇ ਨਿਸ਼ਾਨ, ਯਾਨੀ ਨਾਨਕ ਨਾਮ ਨਾ ਵਿਸਰੈ, ਜਿਸ ਨੂੰ ਪ੍ਰਭੂ ਦਾ ਹੁਕਮ ਨਹੀਂ ਭੁੱਲਦਾ, ਜਿਸ ਨੂੰ ਰੱਬੀ ਰਜ਼ਾ ਵਿੱਚ ਤੁਰਨਾ ਨਹੀਂ ਭੁੱਲਦਾ, ਰੱਬੀ ਮਿਹਰ ਰਾਹੀਂ, ਤਾਂ ਉਹਦੇ ਮਸਤਕ ਤੇ ਸੱਚਾ ਨਿਸ਼ਾਨ ਪੈਂਦਾ ਹੈ, ਉਹਨੂੰ ਸੱਚੀ ਰਾਹਦਾਰੀ ਮਿਲਦੀ ਹੈ, ਉਹ ਜੀਵਨ ਦੇ ਅੰਦਰ ਸੁਰਖਰੂ ਹੋ ਜਾਂਦਾ ਹੈ। ਰੱਬੀ ਰਜ਼ਾ ਰਾਹੀਂ ਜੋ ਰੱਬੀ ਗੁਣਾਂ ਨੂੰ, ਰੱਬੀ ਹੁਕਮ ਨੂੰ ਨਹੀਂ ਭੁਲਾਉਂਦਾ, ਉਹਦੇ ਭਾਗ ਚੰਗੇ ਨੇ, ਉਹਨੂੰ ਸੱਚੀ ਰਾਹਦਾਰੀ ਮਿਲਦੀ ਹੈ। ਭਾਵ ਕਿ ਉਹਦਾ ਸੱਚਾ ਜੀਵਨ ਰੱਬੀ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਸ੍ਰੀ ਰਾਗ ਮਹਿਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ। ਇੱਕ ਤਿਲ ਦਾ ਮਤਲਬ ਤਿਲ ਜਿੰਨਾ ਸਮਾਂ, ਰਤਾ ਕੁ ਸਮਾਂ। ਮਾਹੇ ਦਾ ਮਤਲਬ ਵਿੱਚ।
ਤਾਂ ਗੁਰੂ ਜੀ ਕਹਿੰਦੇ ਨੇ ਰਤਾ ਪਰ ਸਮੇਂ ਵੀ ਜੇ ਪ੍ਰਭੂ ਦਾ ਹੁਕਮ ਵਿਸਰ ਜਾਏ, ਪ੍ਰਭੂ ਦੀ ਸਿਫਤ ਸਲਾਹ ਭੁੱਲ ਜਾਏ, ਰੱਬ ਭੁੱਲ ਜਾਏ, ਰੋਗ ਵੱਡਾ ਮਨ ਮਾਹੇ, ਤਾਂ ਆਪਣੇ ਮਨ ਦੇ ਅੰਦਰ ਵੱਡਾ ਰੋਗ ਪੈਦਾ ਹੋ ਜਾਂਦਾ ਹੈ। ਇੱਕ ਪਲ ਵਾਸਤੇ ਥੋੜੇ ਜਿਹੇ ਸਮੇਂ ਲਈ ਵੀ ਜੇ ਪਿਆਰਾ ਪ੍ਰਭੂ ਵਿਸਰ ਜਾਏ, ਰੱਬੀ ਹੁਕਮ ਵਿਸਰ ਜਾਏ, ਰੱਬੀ ਗੁਣ ਭੁੱਲ ਜਾਣ, ਤਾਂ ਮਨ ਦੇ ਅੰਦਰ ਬਹੁਤ ਵੱਡਾ ਰੋਗ ਪੈਦਾ ਹੋ ਜਾਂਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ, ਇਹ ਸਮਝ ਆ ਜਾਏਗੀ ਜਦੋਂ ਅਸੀਂ ਸੱਚ ਨੂੰ ਭੁੱਲਦੇ ਹਾਂ ਨਾ ਇੱਕ ਪਲ ਵਾਸਤੇ ਵੀ, ਤਾਂ ਅੰਦਰ ਝੂਠ ਪੈਦਾ ਹੋ ਜਾਏਗਾ। ਜਦੋਂ ਅਸੀਂ ਨਿਮਰਤਾ ਨੂੰ ਭੁੱਲ ਜਾਂਦੇ ਹਾਂ ਉਦੋਂ ਅੰਦਰ ਈਗੋ ਪੈਦਾ ਹੋ ਜਾਂਦੀ ਹੈ। ਜਦੋਂ ਅਸੀਂ ਪ੍ਰੇਮ ਨੂੰ ਭੁੱਲ ਜਾਂਦੇ ਹਾਂ ਉਦੋਂ ਅੰਦਰ ਈਰਖਾ ਪੈਦਾ ਹੋ ਜਾਂਦੀ ਹੈ। ਜਦੋਂ ਅਸੀਂ ਗਿਆਨ ਨੂੰ ਪਾਸੇ ਕਰ ਦਿੰਦੇ ਹਾਂ ਅੰਦਰ ਅਗਿਆਨਤਾ ਦਾ ਹਨੇਰਾ ਪੈਦਾ ਹੋ ਜਾਂਦਾ ਹੈ। ਇਸ ਲਈ ਹਮੇਸ਼ਾ ਰੱਬੀ ਗੁਣਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਜਦੋਂ ਵੀ ਭੁੱਲੇਗਾ ਉਦੋਂ ਅੰਦਰ ਵੱਡਾ ਰੋਗ ਪੈਦਾ ਹੋਏਗਾ। ਕਿਉਂ ਦਰਗਾਹ ਪਤ ਪਾਈ ਹੈ, ਜਾਂ ਹਰ ਨਾ ਵਸੈ ਮਨ ਮਾਹੇ। ਇਹਨੂੰ ਪਤ ਨਹੀਂ ਪੜਨਾ, ਪਤ ਪੜਨਾ ਹੈ। ਕਿਉਂ ਦਰਗਾਹ ਪਤ ਪਾਈ ਹੈ, ਜਾਂ ਹਰ ਨਾ ਵਸੈ ਮਨ ਮਾਹੇ। ਜੇ ਪ੍ਰਭੂ ਮਨ ਵਿੱਚ ਨਾ ਵਸੇ, ਰੱਬ ਦੇ ਗੁਣ ਸਾਡੀ ਸੋਚ ਵਿੱਚ ਨਾ ਵਸੇ ਹੋਣ, ਤਾਂ ਪ੍ਰਭੂ ਦੀ ਦਰਗਾਹ ਵਿੱਚ ਇੱਜ਼ਤ ਨਹੀਂ ਮਿਲ ਸਕਦੀ। ਕਿਵੇਂ ਇੱਜ਼ਤ ਮਿਲੇਗੀ ਗੁਣਾਂ ਤੋਂ ਬਿਨਾਂ? ਜੇ ਰੱਬੀ ਗੁਣ ਨਹੀਂ ਹਨ ਤਾਂ ਇਸ ਦੁਨੀਆ ਅੰਦਰ, ਇਸ ਜੀਵਨ ਵਿੱਚ ਕਿਤੇ ਇੱਜ਼ਤ ਮਿਲਦੀ ਹੈ? ਅਸੀਂ ਆਪਣੇ ਜੀਵਨ ਵੱਲ, ਪਰਿਵਾਰਕ ਜ਼ਿੰਦਗੀ ਵੱਲ, ਸਮਾਜ ਵੱਲ ਇੱਕ ਝਾਤ ਮਾਰ ਕੇ ਵੇਖਦੇ ਹਾਂ ਤਾਂ ਇੱਜ਼ਤ ਇੱਥੇ ਉਹਨਾਂ ਲੋਕਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਣ ਨੇ, ਜਿਨ੍ਹਾਂ ਦੀ ਸੋਚ ਬਹੁਤ ਵਿਸ਼ਾਲ ਹੈ, ਜਿਨ੍ਹਾਂ ਦੀ ਬੋਲ ਬਾਣੀ ਬੜੀ ਚੰਗੀ ਹੈ, ਜਿਨ੍ਹਾਂ ਦਾ ਬਿਹੇਵੀਅਰ ਸੱਚਾ ਸੁੱਚਾ ਹੈ। ਉਹਨਾਂ ਲੋਕਾਂ ਨੂੰ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਪਰ ਜਿਨ੍ਹਾਂ ਦੀ ਸੋਚ ਦੇ ਅੰਦਰ ਨੈਗੇਟਿਵਿਟੀ ਹੈ, ਜਿਨ੍ਹਾਂ ਦੇ ਬੋਲਾਂ ਵਿੱਚ ਖਰਵਾਪਨ, ਈਰਖਾ, ਦਵੇਸ਼ ਔਰ ਹੰਕਾਰ ਹੈ, ਔਰ ਜਿਨ੍ਹਾਂ ਦਾ ਬਿਹੇਵੀਅਰ ਜਿਹੜਾ ਹੈ ਚੰਗਾ ਨਹੀਂ ਹੈ, ਤਾਂ ਉਹਨਾਂ ਨੂੰ ਮਾਣ ਆਦਰ ਦੀ ਦ੍ਰਿਸ਼ਟੀ ਨਾਲ ਨਹੀਂ ਵੇਖਿਆ ਜਾਂਦਾ। ਤਾਂ ਗੁਰੂ ਜੀ ਕਹਿੰਦੇ ਨੇ ਜੇਕਰ ਪ੍ਰਭੂ ਦੇ ਗੁਣ ਸਾਡੀ ਸੋਚ ਦੇ ਅੰਦਰ ਨਾ ਵਸਣ ਤਾਂ ਫਿਰ ਰੱਬੀ ਦਰਗਾਹ ਤੇ ਕਿਵੇਂ ਮਾਣ ਪਾਇਆ ਜਾ ਸਕਦਾ ਹੈ? ਭਾਵ ਨਹੀਂ ਪਾਇਆ ਜਾ ਸਕਦਾ। ਗੁਰ ਮਿਲਿਆ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਗੁਰ ਮਿਲਿਆ ਦਾ ਮਤਲਬ ਜੇ ਗੁਰੂ ਮਿਲ ਪਏ। ਅਗਨ ਦਾ ਮਤਲਬ ਵਿਕਾਰਾਂ ਦੀ ਜੋ ਅੱਗ ਹੈ। ਗੁਣ ਮਾਹੇ ਦਾ ਮਤਲਬ ਗੁਣਾਂ ਦੇ ਵਿੱਚ ਜੇ ਬੰਦਾ ਲੀਨ ਹੋ ਜਾਏ। ਗੁਰ ਮਿਲਿਆ ਸੁਖ ਪਾਈਐ, ਜੇ ਗੁਰੂ ਮਿਲ ਪਏ ਤਾਂ ਇਹਦੀ ਬਰਕਤ ਦੇ ਨਾਲ ਆਤਮਿਕ ਸੁਖ ਮਿਲਦਾ ਹੈ। ਕਿਉਂਕਿ ਸਿਫਤ ਸਲਾਹ ਦੇ ਅੰਦਰ ਜੁੜਿਆਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਅਗਨ ਮਰੈ ਗੁਣ ਮਾਹੇ। ਗੁਣ ਮਾਹੇ ਦਾ ਮਤਲਬ ਜੇ ਗੁਣਾਂ ਦੇ ਅੰਦਰ ਸਾਡੀ ਸੁਰਤ ਜੁੜ ਜਾਏ ਤਾਂ ਅੰਦਰੋਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਗੁਰੂ ਦੇ ਮਿਲਨ ਕਰਕੇ ਜੀਵਨ ਵਿੱਚ ਸੁਖ ਮਿਲਦਾ ਹੈ, ਕਿਉਂਕਿ ਗੁਰੂ ਸਾਨੂੰ ਪ੍ਰਭੂ ਦੀ ਸਿਫਤ ਸਲਾਹ ਗੁਣਾਂ ਦੇ ਨਾਲ ਜੋੜਦਾ ਹੈ, ਔਰ ਗੁਣਾਂ ਦੇ ਨਾਲ ਜੁੜਿਆ ਸਾਡੇ ਅੰਦਰੋਂ ਵਿਕਾਰਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਇਸ ਲਈ ਜੇ ਕੋਈ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਸੁਖ ਆਵੇ ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ ਕਿ ਬੰਦਾ ਗੁਰੂ ਦੀ ਪਾਵਨ ਬਾਣੀ ਪੜ੍ਹੇ, ਗੁਰਬਾਣੀ ਦੇ ਅਰਥ ਭਾਵ ਸਮਝੇ ਔਰ ਗੁਰਬਾਣੀ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇ ਤੇ ਸੁਖ ਮਾਣ ਸਕਦਾ ਹੈ। ਮਨ ਰੇ ਅਹਨਿਸ ਹਰ ਗੁਣ ਸਾਰ। ਅਹਨਿਸ ਦਾ ਮਤਲਬ ਦਿਨ ਰਾਤ, ਇਹ ਦਾ ਮੀਨਿੰਗ ਹੁੰਦਾ ਹੈ ਦਿਨ, ਤੇ ਨਿਸ ਦਾ ਮਤਲਬ ਰਾਤ, ਸਾਰ ਦਾ ਮਤਲਬ ਸੰਭਾਲ, ਚੇਤੇ ਕਰ। हे ਮੇਰੇ ਮਨ, ਦਿਨ ਰਾਤ ਹਰੀ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ, ਸੋਚ ਵਿੱਚ ਸੰਭਾਲ, ਗੁਣ ਚੇਤੇ ਕਰ। ਤੇਰੇ ਚੇਤੇ ਦੇ ਅੰਦਰ ਸਿਰਫ ਗੁਣ ਹੋਣੇ ਚਾਹੀਦੇ ਨੇ, ਔਗਣ ਨਹੀਂ। ਜਿਨ ਖਿਨ ਪਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ। ਨਾਮ ਦਾ ਮਤਲਬ ਹੁਕਮ। ਜਗਤ ਵਿੱਚ ਉਹ ਬੰਦੇ ਭਾਗਾਂ ਵਾਲੇ ਨੇ, ਵਿਰਲੇ ਨੇ, ਜਿਨ੍ਹਾਂ ਨੂੰ ਇੱਕ ਪਲ ਵਾਸਤੇ ਵੀ ਪ੍ਰਭੂ ਦਾ ਹੁਕਮ ਨਹੀਂ ਭੁੱਲਦਾ, ਪ੍ਰਭੂ ਦੀ ਸਿਫਤ ਸਲਾਹ ਨਹੀਂ ਭੁੱਲਦੀ। ਉਹ ਇਨਸਾਨ ਇਸ ਦੁਨੀਆ ਦੇ ਅੰਦਰ ਵਿਰਲੇ ਵਿਰਲੇ ਨੇ, ਹੈ ਨੇ ਪਰ ਥੋੜੇ ਨੇ। ਹੈਨ ਵਿਰਲੇ ਨਾ ਹੀ ਕਣੇ, ਫੈਲ ਫਕੜ ਸੰਸਾਰ।
ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਰੱਬੀ ਹੁਕਮ ਨਹੀਂ ਭੁੱਲਦਾ, ਭਾਵ ਜੋ ਰੱਬੀ ਹੁਕਮ ਵਿੱਚ ਹਮੇਸ਼ਾ ਚੱਲਦੇ ਨੇ, ਰੱਬੀ ਗੁਣਾਂ ਦੇ ਨਾਲ ਹਮੇਸ਼ਾ ਜੁੜੇ ਨੇ, ਉਹ ਇਸ ਸੰਸਾਰ ਦੇ ਅੰਦਰ ਵਿਰਲੇ ਵਿਰਲੇ ਨੇ। ਜੋਤੀ ਜੋਤ ਮਿਲਾਈ ਹੈ, ਸੁਰਤੀ ਸੁਰਤ ਸੰਜੋਗ। ਜੋਤੀ ਦਾ ਮਤਲਬ ਜੋਤ ਦਾ ਮਾਲਕ, ਸੁਰਤੀ ਦਾ ਮਤਲਬ ਸੁਰਤ ਦਾ ਮਾਲਕ। ਜੇ ਪ੍ਰਭੂ ਦੀ ਜੋਤ ਵਿੱਚ ਆਪਣੀ ਜੋਤ ਰਲਾ ਦਈਏ ਔਰ ਉਸ ਵਿੱਚ ਆਪਣੀ ਸੁਰਤ ਦਾ ਮੇਲ ਕਰ ਦਈਏ, ਜੋਤੀ ਜੋਤ, ਜੋਤੀ ਦਾ ਮਤਲਬ ਜੋ ਜੋਤ ਦਾ ਜਿੰਦ ਦਾ ਮਾਲਕ, ਉਹਦੇ ਵਿੱਚ ਆਪਣੀ ਸੋਚ ਨੂੰ ਮਿਲਾ ਦਈਏ, ਜੋਤ ਨੂੰ ਮਿਲਾ ਦਈਏ, ਤੇ ਜੋ ਸੁਰਤ ਦਾ ਮਾਲਕ ਹੈ ਉਹਦੇ ਅੰਦਰ ਆਪਣੀ ਸੁਰਤ ਨੂੰ ਜੋੜ ਦਈਏ, ਉਹਦੇ ਨਾਲ ਫਿਰ ਕੀ ਮਿਲੇਗਾ? ਹਿੰਸਾ ਹਉਮੈ ਗਤ ਗਏ, ਨਾ ਹੀ ਸਹਿਸਾ ਸੋਗ। ਹਿੰਸਾ ਦਾ ਮਤਲਬ ਨਿਰਦੈਤਾ। ਜੋ ਗਤ ਹੈ ਨਾ, ਇਹ ਗਮ ਤੋਂ ਭੂਤਕਾਲ, ਗਮ ਦਾ ਮਤਲਬ ਹੁੰਦਾ ਹੈ ਜਾਣਾ, ਬੀਤਿਆ ਹੋਇਆ। ਗਤ ਗਏ ਦਾ ਮਤਲਬ ਪੂਰਨ ਤੌਰ ਤੇ ਦੂਰ ਹੋ ਗਏ। ਹਿੰਸਾ ਹਉਮੈ ਗਤ ਗਏ। ਜੇਕਰ ਜੋਤ ਦੇ ਮਾਲਕ ਪ੍ਰਭੂ ਵਿੱਚ ਆਪਣੀ ਸੋਚ ਰਲਾ ਦਈਏ, ਉਹਦੇ ਅੰਦਰ ਆਪਣੀ ਸੁਰਤ ਨੂੰ ਜੋੜ ਲਈਏ, ਤਾਂ ਕਠੋਰਤਾ ਔਰ ਹਉਮੈ ਦੂਰ ਹੋ ਜਾਂਦੀਆਂ ਨੇ। ਬੰਦੇ ਵਿੱਚ ਕਠੋਰਤਾ ਨਹੀਂ ਰਹਿੰਦੀ, ਬੰਦੇ ਵਿੱਚ ਹਉਮੈ ਨਹੀਂ ਰਹਿੰਦੀ, ਨਾ ਹੀ ਸਹਿਸਾ ਸੋਗ, ਨਾ ਕੋਈ ਸਹਿਮ ਰਹਿੰਦਾ ਹੈ ਤੇ ਨਾ ਫਿਰ ਚਿੰਤਾ ਰਹਿੰਦੀ। ਇਹ ਚਾਰੇ ਚੀਜ਼ਾਂ ਚਲੀਆਂ ਰਹਿੰਦੀਆਂ। ਕਠੋਰਤਾ ਵੀ ਚਲੀ ਗਈ ਜਦੋਂ ਰੱਬੀ ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ ਜੋੜਦੇ ਆ। ਤਾਂ ਉਹਨਾਂ ਲੋਕਾਂ ਦੀ ਇਹ ਨਿਸ਼ਾਨੀ ਹੈ ਜੋ ਰੱਬ ਦੇ ਨਾਲ ਜੁੜੇ ਹੋਏ ਨੇ। ਜੇ ਅਸੀਂ ਆਪਣੇ ਜੀਵਨ ਨੂੰ ਵੀ ਪਰਖਣਾ ਹੋਵੇ ਨਾ, ਤਾਂ ਗੁਰਬਾਣੀ ਰਾਹੀਂ ਅਸੀਂ ਪਰਖ ਸਕਦੇ ਹਾਂ ਕਿ ਅਸੀਂ ਰੱਬ ਦੇ ਨਾਲ ਜੁੜੇ ਹੋਏ ਹਾਂ ਕਿ ਨਹੀਂ ਜੁੜੇ ਹੋਏ। ਤਾਂ ਸਾਨੂੰ ਆਪਣੇ ਜੀਵਨ ਨੂੰ ਪਰਖਣਾ ਪਵੇਗਾ ਕਿ ਕੀ ਸਾਡੇ ਅੰਦਰ ਕਠੋਰਤਾ ਤੇ ਨਹੀਂ ਹੈ। ਅਸੀਂ ਬੱਚਿਆਂ ਨਾਲ, ਭੈਣ ਭਰਾਵਾਂ ਨਾਲ ਜਾਂ ਆਪਣੇ ਤੋਂ ਛੋਟਿਆਂ ਨਾਲ ਕਿਤੇ ਅਸੀਂ ਕਠੋਰਤਾ ਤੇ ਨਹੀਂ ਵਰਤ ਰਹੇ, ਕਿਤੇ ਅਸੀਂ ਹੰਕਾਰੀ ਤੇ ਨਹੀਂ ਆਪਣੇ ਦੂਜਿਆਂ ਨੂੰ ਨੀਵਾਂ ਵਿਖਾ ਰਹੇ ਹਾਂ, ਕਿਤੇ ਅਸੀਂ ਚਿੰਤਾਵਾਂ ਦੇ ਵਿੱਚ ਔਰ ਸੰਸਿਆਂ ਦੇ ਵਿੱਚ ਤੇ ਨਹੀਂ ਗ੍ਰਸੇ ਹੋਏ। ਤਾਂ ਉਹਨਾਂ ਦੇ ਅੰਦਰ ਇਹ ਚੀਜ਼ਾਂ ਨਹੀਂ ਰਹਿੰਦੀਆਂ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਇੱਥੇ ਸੰਜੋਗ ਦਾ ਮਤਲਬ ਹੈ ਅਵਸਰ, ਮੌਕਾ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ, ਮਨ ਵਿੱਚ ਦਾ ਮਤਲਬ ਮਨ ਵਿੱਚ। ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਮਨ ਵਿੱਚ ਰੱਬੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪ੍ਰਭੂ ਨਾਲ ਮਿਲਣ ਦਾ ਮੌਕਾ ਦਿੰਦਾ ਹੈ, ਪੂਰਾ ਮੌਕਾ ਬਖਸ਼ਦਾ ਹੈ ਕਿ ਰੱਬ ਦੇ ਨਾਲ ਮਿਲਣ ਦਾ ਮੌਕਾ ਹੈ, ਯਾਨੀ ਉਹ ਰੱਬ ਦੇ ਵਿੱਚ ਮਿਲ ਜਾਂਦਾ ਹੈ। ਹੁਣ ਦੇਖੋ, ਰੱਬ ਦੇ ਨਾਲ ਮਿਲਣ ਦਾ ਮੌਕਾ ਤਾਂ ਸਾਰਿਆਂ ਨੂੰ ਮਿਲ ਰਿਹਾ ਹੈ, ਗੁਰੂ ਸਾਰਿਆਂ ਨੂੰ ਮੌਕਾ ਦੇ ਰਿਹਾ। ਕੋਈ ਇਸ ਮੌਕੇ ਨੂੰ ਸੰਭਾਲ ਲੈਂਦਾ, ਕੋਈ ਇਸ ਮੌਕੇ ਨੂੰ ਗਵਾ ਦਿੰਦਾ। ਰੱਬ ਦੇ ਨਾਲ ਮਿਲਣ ਦਾ ਮੌਕਾ ਕੀ ਹੈ? ਜਿਸ ਗੁਰਮੁਖ ਜਿਸ ਹਰ ਮਨ ਵਸੈ, ਕਿ ਮਨ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਣਾ। ਤਾਂ ਗੁਰੂ ਜੀ ਤਾਂ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੇ ਜੀਓ। ਗੁਰੂ ਜੀ ਸਾਨੂੰ ਸਾਰਿਆਂ ਨੂੰ ਹੀ ਕਹਿ ਰਹੇ ਨੇ ਕਿ ਗੁਣ ਕਹੇ ਗੁਣੀ ਸਮਾਵਣਿਆ, ਗੁਣ ਕਹੋ ਹਰ ਲਹੋ, ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ। ਤਾਂ ਗੁਰੂ ਮੌਕਾ ਬਖਸ਼ਦਾ ਤੇ ਗੁਰੂ ਮੌਕਾ ਹਰ ਇੱਕ ਨੂੰ ਬਖਸ਼ ਰਿਹਾ ਹੈ, ਹਰ ਇੱਕ ਨੂੰ ਦੇ ਰਿਹਾ ਹੈ। ਲੇਕਿਨ ਕੁਝ ਲੋਕ ਐਸੇ ਨੇ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ, ਉਹ ਇਸ ਮੌਕੇ ਨੂੰ ਸੰਭਾਲ ਲੈਂਦੇ ਨੇ, ਤੇ ਕੁਝ ਲੋਕ ਐਸੇ ਨੇ ਉਹ ਇਨਕਾਰ ਕਰ ਦਿੰਦੇ ਨੇ, ਇਸ ਮੌਕੇ ਨੂੰ ਗਵਾ ਦਿੰਦੇ ਨੇ। ਤਾਂ ਸਾਨੂੰ ਇਹ ਮੌਕਾ ਮਿਲਿਆ ਹੈ, ਤਾਂ ਸਾਨੂੰ ਇਹ ਮੌਕਾ ਸੰਭਾਲਣਾ ਚਾਹੀਦਾ। ਕਾਇਆ ਕਾਮਣ ਜੇ ਕਰੀ, ਭੋਗੇ ਭੋਗਣ ਹਾਰ। ਇਹਨੂੰ ਕਰੀ ਨਹੀਂ ਪੜਨਾ, ਕਰੀ ਮੈਂ ਕਰਾਂ। ਕਾਮਣ ਦਾ ਮਤਲਬ ਇਸਤਰੀ, ਕਾਇਆ ਦਾ ਮਤਲਬ ਸਰੀਰ। ਜਿਵੇਂ ਇਸਤਰੀ ਆਪਣੇ ਆਪੇ ਨੂੰ ਆਪਣੇ ਪਤੀ ਦੇ ਹਵਾਲੇ ਕਰ ਦਿੰਦੀ ਹੈ, ਤਾਂ ਗੁਰੂ ਜੀ ਕਹਿੰਦੇ ਨੇ ਤਿਵੇਂ ਜੇ ਮੈਂ ਕਾਇਆ ਨੂੰ ਪ੍ਰਭੂ ਦੇ ਹਵਾਲੇ ਕਰ ਦਿਆਂ ਤਾਂ ਪ੍ਰਭੂ ਦਾ ਮਿਲਾਪ ਹੋ ਜਾਏਗਾ। ਭੋਗੇ ਭੋਗਣਹਾਰ ਦਾ ਮਤਲਬ ਪ੍ਰਭੂ ਇਸ ਸਰੀਰ ਨੂੰ ਮਾਣੇਗਾ, ਇਹਦੇ ਅੰਦਰ ਆ ਵਸੇਗਾ, ਜੇ ਮੈਂ ਸਰੀਰ ਨੂੰ ਪ੍ਰਭੂ ਦੇ ਹਵਾਲੇ ਕਰ ਦਿਆਂ। ਦੇਖੋ, ਸਿੰਪਲ ਗੱਲ ਹੈ ਰੱਬ ਦੀ ਪ੍ਰਾਪਤੀ ਵਾਸਤੇ
ਕਿ ਆਪਣੇ ਸਰੀਰ ਨੂੰ ਪ੍ਰਭੂ ਦੇ ਹਵਾਲੇ ਕਰਨਾ ਹੈ। ਹੁਣ ਸਰੀਰ ਨੂੰ ਪ੍ਰਭੂ ਦੇ ਹਵਾਲੇ ਕਰਨ ਦਾ ਮੀਨਿੰਗ ਗੱਲਾਂ ਨਾਲ ਨਹੀਂ ਹੈ। ਪ੍ਰਭੂ ਦੇ ਹਵਾਲੇ ਆਪਣੇ ਸਰੀਰ ਨੂੰ ਕਰ ਦੇਣ ਦਾ ਮਤਲਬ ਇਹ ਹੈ, ਜੋ ਆਪਾਂ 6 ਗੱਲਾਂ ਵਿਚਾਰੀਆਂ ਨਾ ਬਹੁਤ ਵਾਰੀ, ਅੱਖਾਂ ਨੂੰ ਪ੍ਰਭੂ ਦੇ ਹਵਾਲੇ ਕਰ ਦੇਣਾ, ਅੱਖਾਂ ਨਾਲ ਹਰ ਇੱਕ ਵਿੱਚ ਰੱਬੀ ਜੋਤ ਨੂੰ ਤੱਕਣਾ, ਬੇਗਾਨੀ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਜਾਣਨਾ। ਕੰਨ ਪ੍ਰਭੂ ਦੇ ਹਵਾਲੇ ਕਰਨ ਦਾ ਮਤਲਬ ਕੰਨਾਂ ਨਾਲ ਸੱਚ ਸੁਣਨਾ। ਸਰੀਰ ਪ੍ਰਭੂ ਦੇ ਹਵਾਲੇ ਕਰਨ ਦਾ ਮਤਲਬ ਜ਼ਬਾਨ ਨੂੰ ਰੱਬ ਦੇ ਹਵਾਲੇ ਕਰ ਦੇਣਾ, ਜ਼ਬਾਨ ਦੇ ਨਾਲ ਸੱਚ ਬੋਲਣਾ, ਰੱਬੀ ਸਿਫਤ ਸਲਾਹ ਦੇ ਬੋਲ ਬੋਲਣਾ। ਹੱਥਾਂ ਦੇ ਨਾਲ ਇਮਾਨਦਾਰੀ ਦੇ ਕਰਮ ਕਰਨੇ, ਪੈਰਾਂ ਨਾਲ ਸੱਚੇ ਰਾਹਾਂ ਤੇ ਤੁਰਨਾ, ਮਨ ਕਰਕੇ ਸੱਚ ਸੋਚਣਾ, ਇਹਨੂੰ ਕਹਿੰਦੇ ਨੇ ਪ੍ਰਭੂ ਦੇ ਹਵਾਲੇ ਕਰ ਦੇਣਾ। ਕਿ ਜੇ ਮੈਂ ਸਰੀਰ ਨੂੰ ਪ੍ਰਭੂ ਦੇ ਹਵਾਲੇ ਕਰ ਦਿਆਂ ਤਾਂ ਪ੍ਰਭੂ ਦਾ ਮਿਲਾਪ ਹੋ ਜਾਏਗਾ। ਤਿਸ ਸਿਉ ਨਹਿ ਨਾ ਕੀਜਈ ਜੋ ਦਿਸੈ ਚੱਲਣ ਹਾਰ। ਨਾ ਕੀਜਈ ਦਾ ਮਤਲਬ ਨਹੀਂ ਕਰਨਾ ਚਾਹੀਦਾ। ਇਹ ਸਰੀਰ ਨਾਲ ਤਿਸ ਸਿਉ ਨਹਿ ਨਾ ਕੀਜਈ, ਉਹਦੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਜੋ ਦਿਸੈ ਚੱਲਣ ਹਾਰ, ਜੋ ਖਤਮ ਹੋ ਜਾਣ ਵਾਲਾ ਹੋਵੇ, ਮਰ ਜਾਣ ਵਾਲਾ ਹੋਵੇ, ਜੋ ਸਦਾ ਥਿਰ ਨਾ ਰਹਿਣ ਵਾਲਾ ਹੋਵੇ। ਹੁਣ ਦੇਖੋ, ਜਿੰਨੇ ਵੀ ਅਵਗੁਣ ਨੇ, ਇਹ ਸਾਨੂੰ ਸदैਵੀ ਜੀਵਨ ਨਹੀਂ ਨਾ ਦਿੰਦੇ, ਇਹ ਸਾਨੂੰ ਆਤਮਿਕ ਮੌਤ ਵਾਲੇ ਪਾਸੇ ਲੈ ਜਾਣਗੇ। ਇਸ ਲਈ ਇਹਨਾਂ ਦੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਗੁਣਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਜੋ ਸੱਚ ਦੇ ਨਾਲ ਜੋੜਦੇ ਨੇ, ਜੋ ਰੱਬ ਦੇ ਨਾਲ ਜੋੜਦੇ ਨੇ। ਤਾਂ ਉਹਦੇ ਨਾਲ ਕਦੇ ਵੀ ਪਿਆਰ ਨਹੀਂ ਕਰਨਾ ਚਾਹੀਦਾ ਜੋ ਆਤਮਿਕ ਮੌਤੇ ਮਰ ਜਾਣ ਵਾਲਾ ਹੈ। ਚੱਲਣਹਾਰ ਦਾ ਮਤਲਬ ਮਰ ਜਾਣ ਵਾਲਾ ਹੈ, ਆਤਮਿਕ ਮੌਤੇ ਮਰ ਜਾਣ ਵਾਲਾ ਹੈ। ਉਹਦੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ, ਸਾਥ ਨਹੀਂ ਕਰਨਾ ਚਾਹੀਦਾ। ਉਹਨਾਂ ਦਾ ਸਾਥ ਕਰਨਾ ਚਾਹੀਦਾ ਹੈ ਜੋ ਆਤਮਿਕ ਜ਼ਿੰਦਗੀ ਜੀਣ ਵਾਲੇ ਨੇ, ਜਿਹੜੇ ਗੁਣ ਸਾਨੂੰ ਆਤਮਿਕ ਜੀਵਨ ਵਾਲੇ ਪਾਸੇ ਲੈ ਜਾਣ। ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਧਾਰ। ਰਵੈ ਦਾ ਮਤਲਬ ਮਾਣਦੀਆਂ ਨੇ, ਮਿਲਾਪ ਦਾ ਸੁਖ। ਸੁਹਾਗਣੀ ਦਾ ਮਤਲਬ ਭਾਗਾਂ ਵਾਲੀਆਂ। ਸੇਜ ਪਧਾਰ ਦਾ ਮਤਲਬ ਸੇਜ ਦਾ ਪਧਾਰ, ਸੇਜ ਦਾ ਮਾਲਕ। ਗੁਰਮੁਖ ਰਵੇਂ ਸੁਹਾਗਣੀ, ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ ਇਸਤਰੀਆਂ ਪ੍ਰਭੂ ਦਾ ਸਿਫਤ ਸਲਾਹ ਕਰਦੀਆਂ ਨੇ, ਪ੍ਰਭੂ ਦੀ ਸਿਫਤ ਸਲਾਹ ਕਰਦੀਆਂ ਨੇ। ਰਵੇਂ ਦਾ ਮਤਲਬ ਸਿਮਰਦੀਆਂ ਨੇ, ਮਤਲਬ ਰੱਬੀ ਸਿਫਤ ਸਲਾਹ ਕਰਦੀਆਂ ਨੇ। ਤੇ ਪ੍ਰਭੂ ਉਹਨਾਂ ਦੀ ਸੇਜਾ ਤੇ ਬੈਠਦਾ ਹੈ, ਉਹਨਾਂ ਦੇ ਹਿਰਦੇ ਤੇ ਬਹਿੰਦਾ ਹੈ, ਉਹਨਾਂ ਦੇ ਅੰਦਰ ਨਿਵਾਸ ਕਰਦਾ ਹੈ, ਉਹਨਾਂ ਦੀ ਸੋਚ ਵਿੱਚ ਵਸਦਾ ਹੈ। ਜੋ ਗੁਰੂ ਦੇ ਰਾਹੇ ਤੁਰਨ ਵਾਲੇ ਜੀਵ ਨੇ, ਉਹ ਰੱਬੀ ਗੁਣਾਂ ਨੂੰ ਯਾਦ ਰੱਖਦੇ ਨੇ, ਉਹਨਾਂ ਦੀ ਯਾਦ ਵਿੱਚ ਰੱਬੀ ਗੁਣ ਨੇ, ਤੇ ਉਹਨਾਂ ਦੀ ਸੇਜ ਦੇ ਉੱਤੇ, ਉਹਨਾਂ ਦੀ ਸੋਚ ਤੇ ਪ੍ਰਭੂ ਆਪ ਵਿਰਾਜਮਾਨ ਹੁੰਦਾ ਹੈ। ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ। ਚਾਰੇ ਅਗਨ ਦਾ ਮਤਲਬ 4 ਕਿਸਮ ਦੀਆਂ ਅੱਗਾਂ। ਉਹ 4 ਅੱਗਾਂ ਕਿਹੜੀਆਂ ਨੇ? ਹੰਸ, ਹੇਤ, ਲੋਭ, ਕੋਪ। ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ, ਧਰੀਏ ਕਰਮੀ ਲੱਗ। ਇਹਨਾਂ 4 ਔਗੁਣਾਂ ਨੂੰ ਗੁਰਬਾਣੀ ਅੰਦਰ ਅੱਗ ਆਖਿਆ ਗਿਆ ਹੈ। ਹਰ ਜਲ ਦਾ ਮਤਲਬ ਰੱਬੀ ਗੁਣਾਂ ਦਾ ਜਲ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ। ਗੁਰਾਂ ਦੇ ਰਾਹੀਂ ਰੱਬੀ ਸਿਫਤ ਸਲਾਹ ਦਾ ਪਾਣੀ ਪ੍ਰਾਪਤ ਕਰ। ਨਿਰਦਈ ਪੁਣੇ ਸੰਸਾਰੀ ਮਮਤਾ, ਕ੍ਰੋਧ ਔਰ ਲੋਭ ਦੀਆਂ ਚਾਰੇ ਅੱਗਾਂ ਨੂੰ ਬੁਝਾ ਦੇ, ਔਰ ਜਿਉਂਦੇ ਜੀ ਹੀ ਮਰਿਆ ਰਹੋ। ਮਰ ਦਾ ਮਤਲਬ ਜਿਉਂਦੇ ਜੀ ਮਰਿਆ ਰਹੋ। ਇਹਨੂੰ ਜਿਉਂਦੇ ਜੀ ਮਰਨਾ ਕਹਿੰਦੇ ਨੇ, ਵਿਕਾਰਾਂ ਵੱਲੋਂ ਅਛੋ ਹੋ ਜਾਣਾ, ਵਿਕਾਰਾਂ ਵੱਲੋਂ ਨਿਰਲੇਪ ਹੋ ਜਾਣਾ। ਤਾਂ ਗੁਰੂ ਦੇ ਰਾਹੀਂ ਰੱਬੀ ਸਿਫਤ ਸਲਾਹ ਦਾ ਪਾਣੀ ਪਾ, ਗੁਣਾਂ ਦਾ ਪਾਣੀ ਪਾ, ਤੇ ਇਹਦੇ ਨਾਲ ਜਿਹੜੀਆਂ ਚਾਰੇ ਅੱਗਾਂ ਨੇ, ਮਤਲਬ ਨਿਰਦੈਤਾ ਹੈ, ਸੰਸਾਰੀ ਮਮਤਾ ਹੈ, ਕ੍ਰੋਧ ਹੈ, ਲੋਭ ਹੈ, ਇਹਨਾਂ 4 ਅੱਗਾਂ ਨੂੰ ਅੰਦਰੋਂ ਬੁਝਾ ਦੇ, ਔਰ ਜੀਵਤ ਮ੍ਰਿਤਕ ਹੋ, ਜੀਵਤ ਮ੍ਰਿਤਕ ਹੋ ਕੇ ਜੀ। ਇਹਦੇ ਨਾਲ ਕੀ ਹੋਏਗਾ? ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਕਾਏ। ਅਕਾਏ ਦਾ ਮਤਲਬ ਰੱਜ ਕੇ ਪੂਰੇ ਤੌਰ ਤੇ, ਪ੍ਰਗਾਸਿਆ ਦਾ ਮਤਲਬ ਖਿੜਦਾ ਹੈ। ਇਸ ਤਰ੍ਹਾਂ ਤੇਰੇ ਅੰਦਰ ਹਿਰਦਾ ਕੌਲ ਖਿੜੇਗਾ, ਤੇਰੇ ਅੰਦਰਲਾ ਜਿਹੜਾ ਹਿਰਦਾ ਹੈ, ਸੋਚ ਹੈ, ਖਿੜੇਗੀ, ਚੜ੍ਹਦੀ ਕਲਾ ਪੈਦਾ ਹੋਵੇਗੀ।
ਤੇ ਤੇਰੇ ਹਿਰਦੇ ਦੇ ਅੰਦਰ ਆਤਮਿਕ ਜੀਵਨ ਦੇਣ ਵਾਲੀ ਜੋ ਸਿਫਤ ਸਲਾਹ ਦਾ ਜਲ ਹੈ ਉਹ ਭਰ ਜਾਏਗਾ। ਜੇਕਰ ਤੂੰ ਰੱਬੀ ਗੁਣਾਂ ਦੇ ਨਾਲ ਜੁੜੇ, ਚਾਰੇ ਅੱਗਾਂ ਨੂੰ ਮਾਰ ਲਵੇਂ, ਰੱਬੀ ਸਿਫਤ ਸਲਾਹ ਦੇ ਗੁਣਾਂ ਦਾ ਪਾਣੀ ਪਾਏ, ਤਾਂ ਤੇਰਾ ਅੰਦਰਲਾ ਹਿਰਦਾ ਕੋਲ ਖਿੜ ਜਾਏਗਾ। ਮਤਲਬ ਤੇਰੇ ਅੰਦਰ ਚੜ੍ਹਦੀ ਕਲਾ ਆਏਗੀ, ਵਿਗਾਸਤਾ ਆਏਗੀ, ਖੁਸ਼ੀਆਂ ਖੇੜੇ ਪ੍ਰਸੰਨਤਾ ਆਉਣਗੇ, ਔਰ ਤੇਰੇ ਅੰਦਰ ਆਤਮਿਕ ਜੀਵਨ ਦੇਣ ਵਾਲੇ ਗੁਣਾਂ ਦਾ ਜਲ ਹਮੇਸ਼ਾ ਭਰਿਆ ਰਹੇਗਾ ਪੂਰਨ ਤੌਰ ਤੇ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵਹਿ ਦਰਗਾਹ ਜਾਏ। ਕਿ ਹੇ ਨਾਨਕ, ਤੂੰ ਵੀ ਗੁਰੂ ਨੂੰ ਮਿੱਤਰ ਬਣਾ ਤਾਂ ਯਕੀਨੀ ਤੌਰ ਤੇ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਵੇਂਗਾ। ਦੇਖੋ ਗਾਰੰਟੀ ਦੇ ਰਹੇ ਨੇ, ਨਾਨਕ ਸਤਿਗੁਰ ਮੀਤ ਕਰ, ਸੱਚ ਪਾਵਹਿ ਦਰਗਾਹ ਜਾਏ। ਕਿ ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਤੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਵੇਂਗਾ। ਯਕੀਨੀ ਤੌਰ ਤੇ ਤੂੰ ਰੱਬ ਦਾ ਰੂਪ ਹੋ ਜਾਏਗਾ। ਯਕੀਨੀ ਤੌਰ ਤੇ ਤੂੰ ਰੱਬ ਦੇ ਅੰਦਰ ਅਪੇਦ ਹੋ ਕੇ ਰੱਬ ਦੇ ਅੰਦਰ ਸਦਾ ਸਦਾ ਵਾਸਤੇ ਸਮਾ ਜਾਏਗਾ।